ਬਾਬਾ ਜੀ ਜਸਵਿੰਦਰ ਸਿੰਘ ਬਾਲਿਆਂ ਵਾਲੀ ਵਾਲੇ, ਜਿਨ੍ਹਾਂ ਨੇ ਸਾਨੂੰ ਗੁਰੂ ਮਹਾਰਾਜ ਦੀਆਂ ਪੰਕਤੀਆਂ ਦਾ ਐਨਾਲਾਈਜ਼ ਕਰਕੇ ਕੀਰਤਨ ਰਾਹੀਂ ਸਮਝਾਇਆ। ਬਾਬਾ ਜੀ ਜਸਵਿੰਦਰ ਸਿੰਘ ਦਾ ਬਹੁਤ ਬਹੁਤ ਧੰਨਵਾਦ। श्री वाहेगुरु। निमान आंदे मान गुर, नितान आंदे तान। ने आसरे आंदे आसरे, धन श्री गुरु ग्रंथ साहिब जी। चेतना है तां चेत लै, निस दिन मैं प्राणी। छिन छिन औद बिहात है, फूटे घट ज्यों पानी। जिमें फुटे होए घड़े दा पानी, जिमें फुटे होए घड़े दा पानी। उम्र तेरी जावे बीतदी, जिमें फुटे होए घड़े दा पानी। उम्र तेरी जावे बीतदी, जिमें फुटे होए घड़े दा पानी। उम्र तेरी जावे बीतदी, जिमें फुटे जिमें फुटे होए घड़े दा पानी। उम्र तेरी जावे बीतदी। वाहिगुरु 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 वाहिगुरु
ਵਾਹਿਗੁਰੂ 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 ਬਿਰਲੇ ਜਗ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ 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 ਪਰਮ ਸਨਮਾਨਯੋਗ ਜੁਗ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਜਿੰਨੀ ਵੀ ਸੰਗਤ ਬੈਠ ਕਰਕੇ ਹਾਜ਼ਰੀ ਭਰ ਰਹੇ ਹੋ ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਬੁਲਾਇਓ। ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਗਰ ਦੌਲਤਪੁਰਾ ਜੀ ਨੂੰ ਗੋਸਲ ਪਿੰਡ ਵੀ ਕਿਹਾ ਜਾਂਦਾ ਹੈ। ਇੱਥੇ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਹਾਂ। ਅਸਲ ਆਨੰਦ ਤਾਂ ਹੈ ਭਾਈ ਕਿ ਗੁਰੂ ਜੀ ਦਾ ਦਰਸ਼ਨ ਕੀਤਾ ਹੈ, ਗੁਰੂ ਦੀ ਬਾਣੀ ਸੁਣੀਏ। ਉਹ ਸਮਾਂ ਸਾਡੀ ਜ਼ਿੰਦਗੀ ਚ ਆਵੇ, ਆਪਾਂ ਵੀ ਗੁਰੂ ਦਾ ਹੀ ਰੂਪ ਹੋਈਏ। ਗੁਰੂ ਕਬੀਰ ਸੀ ਮਹਾਰਾਜ ਪਾਵਨ ਬਾਣੀ ਵਿੱਚ ਕਹਿੰਦੇ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ। ਕਹਿੰਦੇ हे ਮਾਲਕ ਤੇਰਾ ਨਾਮ ਜਪਿਆ, ਤੇਰੇ ਗੁਣ ਸੁਣੇ ਤੇ ਅਸੀਂ ਤੇਰੇ ਵਰਗੇ ਹੀ ਹੋ ਗਏ। ਹੋਏ ਤਾਂ ਕਿਉਂਕਿ ਹੁਣ ਮੈਂ ਨਹੀਂ ਰਿਹਾ। ਜੇ ਉਸ ਮਾਲਕ ਵਰਗੇ ਹੋਣਾ ਹੈ ਤੇ ਕੁਛ ਆਪਾਂ ਨੂੰ ਵੀ ਆਪਣੇ ਜੀਵਨ ਵਿੱਚ ਬਦਲਾਅ ਕਰਨਾ ਪੈਣਾ। ਉਹ ਕੀ ਹੈ? ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਕਹਿੰਦੇ ਹੈ ਤਾਂ ਸਾਰੇ ਪਾਸੇ ਪ੍ਰਮਾਤਮਾ ਹੀ, ਪਰ ਜਦੋਂ ਆਪਣਾ ਤੇ ਪਰਾਇਆ ਮਿਟ ਗਿਆ ਨਾ, ਉਦੋਂ ਫਿਰ ਜਿੱਥੇ ਵੀ ਦੇਖਾਂਗੇ ਰੱਬ ਹੀ ਨਜ਼ਰ ਆਊ। ਤੇ ਇਹ ਜੀ ਅਵਸਥਾ ਜਾਂ ਤਾਂ ਫਿਰ ਗੁਰਮੁਖੋ ਭਾਈ ਕਨ੍ਹਈਆ ਜੀ ਦੀ ਹੈ, ਜਾਂ ਸਾਡੇ ਗੁਰੂਆਂ ਦੀ ਹੈ, ਤੇ ਜਾਂ ਫਿਰ ਜਿਹੜੇ ਸੰਤ ਭਗਤ ਹੋਏ ਜਿਵੇਂ ਨਾਮਦੇਵ ਜੀ ਮਹਾਰਾਜ, ਮਾਤਾ ਜੀ ਰੋਟੀ ਪਕਾਈ ਜਾਂਦੇ ਐ, ਨਾਮਦੇਵ ਜੀ ਨੂੰ ਚੋਪੜ ਚੋਪੜ ਕੇ ਦੇਈ ਜਾਣ, ਨਾਮਦੇਵ ਜੀ ਖਾਈ ਜਾਣ।
ਤੇ ਅੰਦਰ ਖੜਕਾ ਹੋਇਆ। ਮਾਤਾ ਜੀ ਤੇ ਨਾਮਦੇਵ ਦੇਖਣ ਚਲੇ ਗਏ ਵੀ ਅੰਦਰ ਕੀ ਹੋ ਗਿਆ। ਜਦੋਂ ਬਾਹਰ ਆਏ ਤੇ ਉਦੋਂ ਨੂੰ ਛਾਬੇ ਦੇ ਵਿੱਚੋਂ ਇੱਕ ਦਰਵੇਸ਼ ਕੂਕਰ ਰੋਟੀ ਚੱਕ ਕੇ ਭੱਜ ਲਿਆ ਗੁਰੂ। ਤੇ ਜਦੋਂ ਰੋਟੀ ਚੱਕ ਕੇ ਕੁੱਤਾ ਬਾਹਰ ਨੂੰ ਭੱਜਿਆ ਜਾਂਦਾ ਹੈ, ਨਾਮਦੇਵ ਜੀ ਵੀ ਮੰਗਰ ਘਿਓ ਦਾ ਡੱਬਾ ਲੈ ਕੇ ਤੁਰ ਪਏ। ਕਹਿੰਦੇ ਅਸੀਂ ਖਾਈਏ ਚੋਪੜੀ ਤੇ ਤੁਸੀਂ ਖਾਓ ਅਨ ਚੋਪੜੀਏ, ਤਾਂ ਗੱਲ ਨਾ ਬਣੀ। ਕਹਿੰਦੇ ਉਹ ਹੁੰਦੀ ਹੈ ਅਵਸਥਾ, ਹਰ ਥਾਂ ਤੇ ਰੱਬ ਨੂੰ ਵੇਖਣਾ ਗੁਰੂ। ਤੇ ਰੱਬ ਨੂੰ ਦੇਖਣ ਵਾਸਤੇ ਇਹ ਵੀ ਨਹੀਂ ਵੀ ਕੋਈ ਵਾਲਾ ਵਿਹਲਾ ਟਾਈਮ ਚਾਹੀਦਾ ਗੁਰੂ। ਨਾਮਦੇਵ ਜੀ ਦੇ ਪਰਮ ਮਿੱਤਰ ਮਹਾਪੁਰਸ਼ਾਂ ਭਗਤਾਂ ਦੀ ਦੁਨੀਆ ਵਿੱਚੋਂ ਤਰਲੋਚਨ ਜੀ ਉਹ ਮਿਲਣ ਆ ਗਏ ਇੱਕ ਦਿਨ। ਤੇ ਨਾਮਦੇਵ ਜੀ ਚੰਦੇ ਛਾਪੀ ਜਾਣ, ਠੇਕੀ ਜਾਣ। ਤੇ ਤਰਲੋਚਨ ਨੇ ਕਿਹਾ ਸੀ, ਕਹਿੰਦੇ ਨਾਮਾ ਮਾਇਆ ਮੋਹਿਆ ਕਹੈ ਤਰਲੋਚਨ ਮੀਤ। ਤਰਲੋਚਨ ਮਿੱਤਰ ਕਹਿੰਦੇ ਨੇ ਵੀ ਨਾਮਾ ਤਾਂ ਮਾਇਆ ਦਾ ਮੋਹ 'ਚ ਫਸਿਆ ਹੋਇਆ, ਇਹਨੂੰ ਤਾਂ ਮਾਇਆ ਨੇ ਮੋਹ ਲਿਆ। ਹੁਣ ਮਿੱਤਰਤਾ ਸੀ, ਮਿੱਤਰਾਂ ਦੀ ਦੁਨੀਆ ਵਿੱਚ ਕਈ ਸ਼ਬਦ ਆਪਾਂ ਸਿੱਧੇ ਵੀ ਵਰਤ ਜਾਂਦੇ ਆ। ਚਾਹੀਦਾ ਤਾਂ ਇਹ ਹੈ ਇੱਕ ਦੂਜੇ ਦਾ ਸਤਿਕਾਰ ਕਰੀਏ, ਪਰ ਜਿੱਥੇ ਗੂੜੀ ਮਿੱਤਰਤਾ ਹੋਵੇ ਉੱਥੇ ਫਿਰ ਸ਼ਬਦ ਨਹੀਂ, ਲਫ਼ਜ਼ ਨਹੀਂ ਵੇਖੇ ਜਾਂਦੇ। ਪਤਾ ਉਹਨਾਂ ਨੇ ਕੀ ਕਿਹਾ? ਨਾਮਾ ਮਾਇਆ ਮੋਹਿਆ ਕਹਿ ਤਰਲੋਚਨ ਮੀਤ, ਕਾਹੇ ਸ਼ੀਪੋ ਛਾਏ ਲੈ RAM ਨਾ ਲਾਭੋ ਚੀਤ। ਕਹਿੰਦੇ ਉਹ ਸ਼ਿੰਬਿਆ ਕਿਹੜੇ ਕੰਮਾਂ 'ਚ ਫਸ ਗਿਆ, ਰੱਬ ਨਾਲ ਚਿੱਤ ਕਿਉਂ ਨਹੀਂ ਲਾਉਂਦਾ ਤੂੰ? ਤੇ ਨਾਮਦੇਵ ਜੀ ਨੇ ਫਿਰ ਸਮਝਾਇਆ, ਨਾਮਾ ਕਹਿ ਤਲੋਚਨਾ ਮੁਖ ਤੇ RAM ਸੰਭਾ। ਨਾਮਦੇਵ ਜੀ ਕਹਿੰਦੇ ਤਰਲੋਚਨਾ RAM ਨਾਮ ਜਪਣ ਵਾਸਤੇ, ਪਰਮਾਤਮਾ ਦੀ ਭਗਤੀ ਕਰਨ ਵਾਸਤੇ ਜ਼ਰੂਰੀ ਨਹੀਂ ਵੀ ਵਿਹਲੇ ਹੀ ਬਹਿਣਾ। ਕਹਿੰਦੇ ਹੋਰ ਫਿਰ ਉੱਥੇ ਦੱਸਿਆ, ਨਾਮਾ ਕਹਿ ਤਲੋਚਨਾ ਮੁਖ ਤੇ RAM ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਹੱਥਾਂ ਪੈਰਾਂ ਨਾਲ ਕੰਮਕਾਰ ਕਰੋ ਤੇ ਜਿਹੜਾ ਆਪਣਾ ਚਿੱਤ ਹੈ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਜੋੜ ਕੇ ਰੱਖੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਮੇਰੀ ਇਸ ਗੱਲ ਵੱਲ ਖਾਸ ਕਰਕੇ ਬੀਬੀਆਂ ਧਿਆਨ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਰਹਿੰਦੇ ਸੀ ਭਾਈ ਮਹਾ ਸਿੰਘ ਵਰਗੇ, ਪਤਾ ਹੈ ਨਾ ਤੁਹਾਨੂੰ। ਪਰ ਦੁੱਖ ਦੇ ਵੇਲੇ ਉਹਨਾਂ ਨੂੰ ਘਰ ਦੀ ਯਾਦ ਆ ਗਈ। ਕਹਿੰਦੇ ਜੀ 8 ਮਹੀਨੇ ਹੋ ਗਏ ਤਨਖਾਹਾਂ ਨਹੀਂ ਮਿਲੀਆਂ, ਘੇਰਾ ਪਿਆ ਹੋਇਆ, ਭੁੱਖੇ ਮਰੀ ਜਾਂਦੇ ਆ, ਰੋਟੀ ਪਾਣੀ ਟਾਈਮ ਸਿਰ ਲੰਗਰ ਨਹੀਂ ਮਿਲਦਾ। ਇੱਥੇ ਅਣ ਆਈ ਮੌਤ ਮਰਦੇ ਨਹੀਂ ਅਸੀਂ, ਸਾਨੂੰ ਦਿਓ ਛੁੱਟੀ ਅੱਜ ਤੋਂ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਅਸੀਂ ਤਾਂ ਘਰ ਨੂੰ ਚੱਲੇ। ਫਿਰ ਉਹਨਾਂ ਦਾ ਹਾਲ ਕੀ ਹੋਇਆ? ਪਹੁੰਚ ਗਏ ਸੀ ਸਿੰਘ ਜਦੋਂ ਘਰੋਂ ਘਰੀ ਜੀ। ਸੁਣੋ ਅੱਗੋਂ ਜਿਹੜੀ ਔਰਤਾਂ ਨੇ ਕਰੀ ਜੀ। ਹੁਣ ਸਿੰਘ ਤਾਂ ਰਹਿੰਦੇ ਸੀ ਗੁਰੂ ਚਰਨਾਂ 'ਚ, ਤੇ ਜਿਹੜੀਆਂ ਉਹਨਾਂ ਦੇ ਘਰ ਵਾਲੀਆਂ ਸੀ, ਮਾਂ ਭੈਣ ਹੋਰ ਪਰਿਵਾਰ, ਉਹ ਘਰੇ ਰਹਿੰਦੀਆਂ ਸੀ, ਪਰ ਫਿਰ ਵੀ ਉਹਨਾਂ ਦਾ ਚਿੱਤ ਗੁਰੂ ਵੱਲ। ਗਏ ਹੋਏ ਸਿੱਖਾਂ ਨਾਲ ਘਰ ਘਰ ਲੜਾਈ ਹੋਈ ਗੁਰਮੁਖੋ। ਗਾਲਾਂ ਦੇ ਕੇ ਭੈਣਾਂ ਕਹਿੰਦੀਆਂ ਭਰਾਵਾਂ ਨੂੰ, 9 ਮਹੀਨੇ ਕਾਹਨੂੰ ਦੁੱਖ ਦਿੱਤੇ ਮਾਵਾਂ ਨੂੰ, ਪਹਿਲਾਂ ਹੀ ਮਰ ਜਾਂਦੇ। ਕਹਿੰਦੀ ਇਦੋਂ ਤਾਂ ਗਾਲਾਂ ਦੇ ਕੇ ਭੈਣਾਂ ਕਹਿੰਦੀਆਂ ਭਰਾਵਾਂ ਨੂੰ, 9 ਮਹੀਨੇ ਕਾਹਨੂੰ ਦੁੱਖ ਦਿੱਤੇ ਮਾਵਾਂ ਨੂੰ, ਅਸੀਂ ਕਾਹਨੂੰ ਢਾਕਾਂ ਚੁੱਕ ਕੇ ਦੁਖਾਈਆਂ ਵੇ, ਲਿਖਤੇ ਵਿਦਾਵੇ ਸ਼ਰਮਾ ਨਾ ਆਵੇ। ਅੱਗੇ ਭੈਣ ਭਾਈ ਦਾ ਪਿਆਰ ਇੰਨਾ ਹੁੰਦਾ, ਹੁਣ ਤਾਂ ਸਮਾਂ ਬਦਲ ਗਿਆ। ਛੋਟਾ ਬੱਚਾ ਹੁੰਦਾ ਨਾ, ਚੁੱਕ ਚੁੱਕ ਕੇ ਢਾਕਾਂ ਸੁਜਾ ਲੈਂਦੇ। ਔਰਤਾਂ ਕਹਿਣ ਸਾਡੇ ਭਾਗ ਮਾੜੇ ਵੇ, ਥਿਆਗੇ ਤੁਹਾਡੇ ਵਰਗੇ ਗਿੱਦੜ ਲਾੜੇ ਵੇ। ਸਾਨੂੰ ਤਾਂ ਇਹ ਸੀ ਕਿ ਸਾਡੇ ਪਤੀ ਸ਼ੇਰ ਨੇ, ਸਿੰਘ ਨੇ,
ਤੇ ਤੁਸੀਂ ਤਾਂ ਗਿੱਦੜਾਂ ਵਰਗੇ ਨਿਕਲੇ, ਜੰਗ ਮੌਕੇ ਛੱਡ ਕੇ ਆ ਗਏ। ਆਹ ਹਾਲ ਸੀ ਬੀਬੀਓ। ਭਾਵੇਂ ਤੁਹਾਡਾ ਪੁੱਤ ਹੈ, ਭਾਵੇਂ ਪਤੀ ਹੈ, ਭਾਵੇਂ ਭਰਾ ਹੈ, ਭਾਵੇਂ ਪਿਓ ਹੈ, ਜਦੋਂ ਧਰਮ ਤੋਂ ਕੋਈ ਟੁੱਟਦਾ ਹੈ ਨਾ, ਜਿਵੇਂ ਮਰਜ਼ੀ ਕਰੋ ਉਹਨੂੰ ਟੁੱਟਣ ਤੋਂ ਬਚਾਇਆ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨਹੀਂ ਠੀਕ। ਕਈ ਮਾਈਆਂ ਸੁਣੀਆਂ ਕਹਿੰਦੀਆਂ ਮੁੰਡਾ ਆਖੇ ਤਾਂ ਲੱਗਦਾ ਨਹੀਂ, ਕੌਣ ਰੋਜ਼ ਕਲੇਸ਼ ਕਰੇ, ਆ ਲੈ 10 ਰੁਪਏ ਮਨਾਇਆ ਪਰੇ ਜੂੜਾ, ਫਿਰ ਕਦਰ ਨਹੀਂ ਪੈਣੀ। ਸੁਣਿਓ, ਘਰ ਘਰ ਔਰਤਾਂ ਨੇ ਲਾਹਣਤਾਂ ਪਾਈਆਂ। ਤੇ ਜਿਹੜੀ ਔਰਤ ਹੈ ਨਾ, ਇਹ ਕੱਲਾ ਮੈਂ ਨਹੀਂ ਕਹਿੰਦਾ, ਸਾਰੇ ਸਿਆਣਿਆਂ ਦਾ ਕਹਿਣਾ, ਜੇ ਇਹਦਾ ਤਾਨਾ ਕਿਤੇ ਵੱਜ ਜੇ ਨਾ ਸਹੀ, ਕਈ ਵਾਰੀ ਡੁੱਬਦੀਆਂ ਬੇੜੀਆਂ ਵੀ ਪਾਰ ਲੱਗ ਜਾਂਦੀਆਂ। ਤਾਨਾ ਹੁਣ ਮਾਈ ਭਾਗੋ ਨੇ ਤਾਨਾ ਹੀ ਮਾਰਿਆ ਸੀ, ਕਹਿੰਦੀ ਤੁਹਾਨੂੰ ਸ਼ਰਮ ਨਾ ਆਈ? ਗੁਰੂ ਚਰਨਾਂ 'ਚ ਰਹੇ, ਉੱਥੇ ਹੀ ਖਾਂਦਾ ਪੀਤਾ ਛਕਿਆ ਛਕਾਇਆ, ਹੁਣ ਛੱਡ ਕੇ ਆ ਗਏ। ਤੁਹਾਨੂੰ ਪਤਾ ਜਿੱਦਾਂ ਦੇ ਤੁਸੀਂ ਆਏ ਹੋ, ਆਨੰਦਪੁਰ ਮਹਾਰਾਜ ਨੂੰ ਛੱਡਣਾ ਪਿਆ। ਸਾਹਿਬਜ਼ਾਦੇ ਸ਼ਹੀਦ ਹੋ ਗਏ, ਪਰਿਵਾਰ ਸੁਣਿਆ ਵਿਖੜ ਗਿਆ, ਖੇਰੂ ਖੇਰੂ ਹੋ ਗਿਆ। ਮੈਂ ਤਾਂ ਇਹ ਵੀ ਸੁਣਿਆ ਕਿ ਸਾਹਿਬਜ਼ਾਦੇ ਸ਼ਹੀਦ ਹੋ ਗਏ, ਤੁਸੀਂ ਛੱਡ ਕੇ ਨਾ ਆਉਂਦੇ, ਗੁਰੂ ਕਾਹਨੂੰ ਦੁੱਖ ਪਾਉਂਦੇ? ਏਕਤਾ ਏਕਤਾ ਹੀ ਹੁੰਦੀ ਹੈ। ਲਾਹੋ ਚੋਲੇ ਸਾਨੂੰ ਫੜਾਓ, ਢਾਲਾਂ ਤਲਵਾਰਾਂ ਦਿਓ ਸਾਨੂੰ, ਆਹ ਫੜੋ ਤੁਸੀਂ ਚੂੜੀਆਂ ਪਾ ਲਓ, ਘਰੇ ਝਾੜੂ ਪੋਚਾ ਕਰੋ, ਭਾਂਡੇ ਮਾਂਜੋ, ਅਸੀਂ ਗੁਰੂ ਮਹਾਰਾਜ ਦੇ ਮਦਦ ਕਰੀਏ, ਜਾ ਕੇ ਲੜਾਈਆਂ ਕਰੀਏ। ਹੈ ਉਹ ਵੀ ਔਰਤ। ਐਸਾ ਤਾਨਾ ਮਾਰਿਆ, ਰੋ ਪਏ, ਕਹਿੰਦੇ ਜੀ ਤਾਂ ਸਾਡਾ ਵੀ ਕਰਦਾ ਅਸੀਂ ਜਾਈਏ, ਪਰ ਹੁਣ ਸ਼ਰਮ ਆਉਂਦੀ ਹੈ ਵੀ ਮੱਥੇ ਕਿਵੇਂ ਲੱਗੀ। ਆਪਣੇ ਵਾਲਾ ਕੰਮ ਨਹੀਂ ਸੀ। ਸਾਰੀ ਜ਼ਿੰਦਗੀ ਗੁਰੂ ਘਰ ਚੋਂ ਆਵਾਜ਼ਾਂ ਸੁਣਦੇ ਆ, ਖੁਸ਼ੀ ਗਮੀ ਦੇ ਭੋਗ ਤੇ ਵੀ ਸੁਣਦੇ ਆ, ਸਿੱਖ ਬਣਨ ਨੂੰ ਫੇਰ ਨਹੀਂ ਤਿਆਰ। ਤੇ ਪਤਾ ਨਹੀਂ ਅੰਤ ਵੇਲੇ ਕਿਵੇਂ ਕਹਿ ਦਿੰਦੇ ਆ ਵੀ ਚਰਨਾਂ 'ਚ ਥਾਂ ਦਿਓ। ਉਹ ਜਿਉਂਦੇ ਜੀ ਵੀ ਉਹੀ ਗੁਰੂ ਹੈ, ਕਿਉਂ ਨਹੀਂ ਬਣਦੇ ਗੁਰਮੁਖ? ਕੁਛ ਸਮਝੋ, ਅਣਖ ਨੂੰ ਜਗਾਓ ਆਪਣੀ ਨੂੰ। ਜੇ ਅਸੀਂ ਸਰਬੰਸ ਕੁਰਬਾਨ ਕਰਨ ਵਾਲੇ ਗੁਰੂਆਂ ਦੇ ਬਚਨਾਂ ਤੇ ਪਹਿਰਾ ਦਿੱਤਾ ਹੁੰਦਾ, ਅੱਜ ਪੰਜਾਬ ਦਾ ਆਹ ਹਾਲ ਨਹੀਂ ਸੀ ਹੋਣਾ ਜੋ ਹੋਇਆ ਵਿਆ। ਗੁਰੂ ਬਜ਼ੁਰਗ ਕਹਿੰਦੇ ਅਸੀਂ ਦੁਖੀ, ਕਿਸਾਨ ਕਹਿੰਦਾ ਅਸੀਂ ਦੁਖੀ, ਬੱਚੀਆਂ ਕਹਿੰਦੀਆਂ ਅਸੀਂ ਦੁਖੀ, ਮੁੰਡੇ ਕਹਿੰਦੇ ਅਸੀਂ ਦੁਖੀ। ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਗੁਰੂ ਇਹ ਹਾਲ ਕਿਉਂ ਹੋਏ ਭਲਾ? ਬੰਦਾ ਸਿੰਘ ਬਹਾਦਰ ਨੇ ਗੁਰੂ ਮਹਾਰਾਜ ਦਾ ਥਾਪੜਾ ਲੈ ਕੇ ਸਾਨੂੰ ਆ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣਾਇਆ ਸੀ। ਉਦੋਂ ਪਹਿਲਾਂ ਰਾਜੇ ਹੁੰਦੇ, ਬਾਕੀ ਸਾਰਿਆਂ ਨੂੰ ਉਹਨਾਂ ਦਾ ਟੈਕਸ ਭਰਨਾ ਪੈਂਦਾ ਸੀ। ਇੱਥੇ ਜਿਹੜੇ ਅੱਜ ਮਾਲਕ ਬਣੇ ਬੈਠੇ ਹੋ, ਇਹ ਮਾਲਕੀਅਤ ਬੰਦਾ ਸਿੰਘ ਬਹਾਦਰ ਤੋਂ ਬਾਅਦ ਚ ਮਿਲੀ ਸੀ। ਤੇ ਆਪਣੇ ਵੱਲ ਦੇਖ ਲਓ, ਰੌਲਾ ਤਾਂ ਪਾਉਨੇ ਆ, ਜ਼ਰੂਰ ਪਾਉਣਾ ਵੀ ਚਾਹੀਦਾ। ਹਜੇ ਵੀ ਸਮਾਂ ਜਾਗੋ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ। ਪਰ ਇਹ ਵੀ ਦੇਖੋ ਹੋਇਆ ਕਿਉਂ? ਅਸੀਂ ਖੁਦ ਆਪਣੇ ਫਰਜ਼ ਨਹੀਂ ਪਛਾਣੇ। ਗੁਰੂ ਪੜ੍ਹ ਲਿਖ ਕੇ ਅੱਜ ਦਾ ਜਵਾਨ ਚਾਹੁੰਦਾ ਹੈ ਮੈਂ ਵਿਦੇਸ਼ ਚਲਿਆ ਜਾਵਾਂ। ਕੋਈ ਇਹ ਵੀ ਸੋਚੋ IPS ਅਫਸਰ ਬਣੋ, ਪੰਜਾਬ ਨੂੰ ਸੰਭਾਲਣ ਵਾਸਤੇ ਜਿਹੜੇ ਅਹੁਦੇ ਨੇ ਉਹਨਾਂ ਤੇ ਆਪ ਪਹੁੰਚਣ ਦੀ ਕੋਸ਼ਿਸ਼ ਕਰੋ, ਆਪੇ ਭਲਾ ਹੋ ਜਾਊ। ਪਰ ਅਸੀਂ ਆਪਣਾ ਫਰਜ਼ ਨਹੀਂ ਪਛਾਣਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਤ ਫਿਰਦਾ ਨੋਟਾਂ ਵਾਸਤੇ, ਪੰਥ ਫਿਰਦਾ ਵੋਟਾਂ ਵਾਸਤੇ, ਰਹਿ ਗਏ ਗੁਰੂ ਗ੍ਰੰਥ ਸਾਹਿਬ ਇਕੱਲੇ ਗੁਰਮੁਖ। ਕੀ ਬਣੂ ਸਾਡਾ ਫਿਰ? ਕੁਛ ਸਮਝੋ। ਮਾਈ ਭਾਗੋ ਨੇ ਤਾਨਾ ਇਹ ਜਾ ਮਾਰਿਆ, ਫਿਰ ਉਹ ਟੁੱਟੇ ਹੋਏ ਬੇਮੁਖ ਸਿੱਖ ਗੁਰੂ ਦਰ ਤੇ ਆ ਕੇ ਮਾਫੀ ਮੰਗੀ, ਸ਼ਹੀਦੀਆਂ ਪਾ ਗਏ ਸ੍ਰੀ ਮੁਕਤਸਰ ਸਾਹਿਬ ਗੁਰੂ। ਤੇ ਉੱਥੇ ਮਾਈ ਭਾਗੋ ਦੀ ਕੁਰਬਾਨੀ ਦੇਖ ਲਓ।
ਆਓ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਸੱਚਖੰਡ, ਜਿੱਥੇ ਪਿਆਰੇ ਧਰਮ ਸਿੰਘ ਪਿਆਰੇ ਦਇਆ ਸਿੰਘ ਜੀ ਦੀ ਯਾਦ ਹੈ, ਉੱਥੇ ਹੀ ਮਾਈ ਭਾਗੋ ਦਾ ਸੰਸਕਾਰ ਹੋਇਆ ਤੇ ਉਹਦੀ ਯਾਦ ਉੱਥੇ ਬਣੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਟੁੱਟਿਆਂ ਨੂੰ ਜੋੜਨ ਦਾ ਫਲ ਹੈ ਭਾਈ, ਤੋੜਨ ਦੀ ਕੋਸ਼ਿਸ਼ ਨਾ ਕਰਿਓ। ਹੁਣ ਜੇ ਇਸ ਗੱਲ ਨੂੰ ਵੇਖੋ, ਇਹ ਮੈਂ ਬੇਨਤੀ ਤੁਹਾਡੇ ਸਾਹਮਣੇ ਤਾਂ ਰੱਖੀ ਹੈ, ਮਾਈਆਂ ਨੂੰ ਕਿਹੜਾ ਕਿਸੇ ਨੇ ਜੰਗਲਾਂ 'ਚ ਜਾਣ ਦੇਣਾ ਸੀ ਵੀ ਜੱਟਾ ਰੱਖ ਕੇ ਭਜਨ ਕਰ ਲਓ? ਕਿਹਨੇ ਤੁਹਾਨੂੰ ਭਾਈ ਜਲ ਧਾਰੇ ਕਰਨ ਦੇਣੇ ਸੀ? ਅੱਗੇ ਤਾਂ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਸੀ ਕੱਢਦੇ ਹੁੰਦੇ, ਤੇ ਹੁਣ ਪੜ੍ਹ ਲਿਖ ਕੇ ਉਹ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚ ਗਏ। ਸਮਾਂ ਬਦਲਦਾ। ਅਗਿਆਨੀ ਮਾਘੀ ਸਿੰਘ ਜੀ ਹੋਏ ਆ ਨਾ, ਨਾਲ ਹੀ ਗਿੱਲ ਪਿੰਡ ਹੈ, ਉੱਥੇ ਮੇਰੇ ਪਿੰਡ ਵਾਲਿਆਂ ਵਾਲੀ ਕਹਿੰਦੇ ਮੰਡੀ ਲੱਗਦੀ ਹੁੰਦੀ, ਤੇ ਬਹੁਤ ਵੱਡਾ ਇਕੱਠ ਉੱਥੇ। ਗਿਆਨੀ ਮਾਘੀ ਸਿੰਘ ਜੀ ਮਾਲਵੇ ਦੇ ਮਗਧ ਦੇ ਬੋਲ ਉਹਨਾਂ ਨੇ ਇੱਕ ਵਾਰੀ ਗੀਤ ਗਾਇਆ, ਅਨਪੜ੍ਹ ਧੀਆਂ ਨਹੀਂ ਕਿਸੇ ਨੇ ਲੈਣੀਆਂ, ਮਾਪਿਓ ਪੜ੍ਹਾ ਦਿਓ। ਪੜ੍ਹੀ ਲਿਖੀ ਕੁੜੀ ਭਾਵੇਂ ਹੋਇਆ ਕਰੂਗੀ ਕਿਸੇ ਨੀਵੀਂ ਜਾਤ ਦੀ, ਉੱਚਿਆਂ ਘਰਾਣਿਆਂ 'ਚ ਪੈਰ ਧਰੂਗੀ, ਲੋੜ ਵੀ ਨਹੀਂ ਦਾਤ ਦੀ। ਜਾਤ ਪਾਤ ਦੀਆਂ ਕੁੱਲ ਕੰਧਾਂ ਢਹਿਣੀਆਂ ਤੇ ਤੁਸੀਂ ਵੀ ਢਾ ਦਿਓ, ਅਨਪੜ੍ਹ ਧੀਆਂ ਨਹੀਂ ਕਿਸੇ ਨੇ ਲੈਣੀਆਂ, ਮਾਪਿਓ ਪੜ੍ਹਾ ਦਿਓ। ਜਦੋਂ ਇਹ ਗਾਇਆ ਨਾ ਕਵਿਤਾ, ਤੇ ਵਿੱਚੋਂ ਕਹਿੰਦੇ ਮਾਘੀ ਸਿਉ ਨੂੰ ਕੀ ਹੋ ਗਿਆ? ਇਹ ਤਾਂ ਸਿਆਣਾ ਵਿਦਵਾਨ ਸੀ, ਇਹ ਕਮਲਿਆਂ ਵਾਂਗੂ ਕਹਿੰਦਾ ਹੈ ਕਿ ਅਨਪੜ੍ਹ ਧੀਆਂ ਕਿਸੇ ਨੇ ਲੈਣੀਆਂ ਨਹੀਂ, ਪੜ੍ਹਾ ਦਿਓ, ਹੁਣ ਕੁੜੀਆਂ ਨੂੰ ਘਰੋਂ ਬਾਹਰ ਭੇਜੀਏ। ਪਰ ਅੱਜ ਵੇਖ ਲਓ, ਉਹਨਾਂ ਮਹਾਪੁਰਸ਼ਾਂ ਦੇ ਬੋਲ ਸੱਚ ਹੋ ਗਏ। ਜਿਹੜੀ ਬੱਚੀ ਪੜ੍ਹ ਜੇ ਨਾ, ਉੱਚੇ ਘਰਾਣੇ ਵਾਲੇ ਵੀ ਕਹਿੰਦੇ ਆ ਕੁੜੀ ਪੜ੍ਹੀ ਲਿਖੀ ਹੋਵੇ, ਚੰਗੇ ਬੈਂਡ ਲਏ ਹੁਣ, ਮੁੰਡੇ ਨੂੰ ਬਾਹਰ ਲੈ ਜੇ ਅਸੀਂ ਲਾ ਦਿਆਂਗੇ 30 ਲੱਖ। ਨਾ ਦਾਜ ਦੀ ਲੋੜ, ਨਾ ਜਾਤ ਪਾਤ ਦੀ ਗੱਲ ਰਹਿ ਗਈ ਗੁਰਮੁਖ ਪਿਆਰਿਓ। ਇਸੇ ਕਰਕੇ ਮਹਾਰਾਜ ਕਹਿੰਦੇ ਜਿਹੜੀ ਵਿਦਿਆ ਹੈ ਇਹਨੂੰ ਜ਼ਰੂਰ ਪੜੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਨੇ ਐਵੇਂ ਨਹੀਂ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਅਸੀਂ ਵਿਦਿਆ ਨਹੀਂ ਪੜ੍ਹਦੇ, ਤੇ ਜਿਹੜੇ ਥੋੜੇ ਬਹੁਤੇ ਸਾਡੇ ਤੋਂ ਪੜ੍ਹ ਲਿਖ ਕੇ ਅੱਗੇ ਲੰਘ ਜਾਂਦੇ ਆ, ਉਹ ਫਿਰ ਸਾਡਾ ਲਾਹਾ ਲੈ ਜਾਂਦੇ ਆ। ਇੱਥੋਂ ਹੀ ਮੈਂ ਗੱਲ ਸ਼ੁਰੂ ਕੀਤੀ ਸੀ, ਘਰਾਂ 'ਚ ਰਹਿੰਦੇ ਹੋਏ ਵੀ ਮੌਕਾ ਸੰਭਾਲਿਆ ਕਰੋ। ਜਿਵੇਂ ਮਹਾਂ ਸਿੰਘ ਵਰਗੇ ਟੁੱਟਦੇ ਸੀ, ਮਾਈਆਂ ਨੇ ਤਾਨੇ ਮਾਰ ਮਾਰ ਕੇ ਫੇਰ ਅਣਖ ਜਗਾਤੀ। ਇਹ ਹੈ ਸਮਾਂ ਵਿਚਾਰਨਾ, ਜ਼ਰੂਰੀ ਨਹੀਂ ਵੀ ਵਿਹਲੇ ਰਹਿਣਾ। ਤੇ ਨਾਮਦੇਵ ਜੀ ਮਹਾਰਾਜ ਕਹਿੰਦੇ, ਨਾਮਾ ਕਹਿਤ ਲੋਚਨਾ ਮੁਖ ਤੇ RAM ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਵਿਹਲੇ ਨਹੀਂ ਰਹਿਣਾ, ਕਿਰਤ ਕਰੋ, ਹੱਥਾਂ ਪੈਰਾਂ ਦੇ ਨਾਲ ਆਪਣਾ ਕੰਮ ਧੰਦਾ ਕਰੋ। ਪਰ ਜਿਹੜਾ ਚਿੱਤ ਹੈ ਨਾ, ਆਪਣਾ ਮਨ ਕਹਿ ਲੋ, ਸੋਚ ਕਹਿ ਲੋ, ਇਹ ਗੁਰੂ ਨਾਲ ਹੋਣੀ ਚਾਹੀਦੀ ਹੈ। ਵੀ ਜੋ ਗੁਰੂ ਕਹਿ ਰਹੇ ਨੇ ਅਸੀਂ ਉਹ ਕਰਨਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਭਾਈ ਸੱਚੇ ਪਾਤਸ਼ਾਹ ਦੇ ਲੜ ਆਪਾਂ ਲੱਗੀਏ, ਕਿਤੇ ਮਰਨ ਤੋਂ ਬਾਅਦ ਹੀ ਨਾ ਮੰਗਣ ਜੋਗੇ ਰਹਿ ਜਾਈਏ ਕਿ ਮਾਲਕਾ ਚਰਨਾਂ 'ਚ ਥਾਂ ਦੇਈ। ਤੇ ਮਹਾਰਾਜ ਕਹਿੰਦੇ ਬੰਦਾ ਹੁੰਦਾ ਹੋਇਆ, ਆਮ ਇਨਸਾਨ ਹੁੰਦਾ ਹੋਇਆ, ਪਾਪੀ ਹੁੰਦਾ ਹੋਇਆ ਵੀ ਜੇ ਕਿਤੇ ਗੁਰੂ ਦੇ ਮੰਗਰ ਤੁਰ ਪਏ, ਰੱਬ ਦਾ ਰੂਪ ਹੋ ਸਕਦਾ ਹੈ। ਹੁਣ ਤੁਸੀਂ ਸੁਣ ਰਹੇ ਹੋ, ਮੇਰੇ ਤੇ ਮਹਾਰਾਜ ਨੇ ਮਿਹਰ ਦਾ ਹੱਥ ਰੱਖਿਆ, ਸੁਣਾਉਣ ਦੀ ਸੇਵਾ ਲੈ ਰਹੇ ਆ, ਸੁਣਾ ਨਹੀਂ ਰਹੇ, ਉਹਨਾਂ ਦੀ ਕਿਰਪਾ ਨਾਲ ਹੋ ਰਿਹਾ। ਤੁਹਾਨੂੰ ਤੇ ਸਾਨੂੰ ਸਾਰਿਆਂ ਨੂੰ ਆ ਗੁਣ ਦੱਸਤੇ ਮਹਾਰਾਜ ਨੇ। ਲੈ ਆਪਾਂ ਸਾਂਝ ਪਾਉਨੇ ਆ ਵੀ ਕਿਹੜਾ ਗੁਣ ਹੈ ਜਿਹਦੇ ਕਰਕੇ ਆਪਾਂ ਵੀ ਰੱਬ ਰੂਪ ਹੋ ਸਕਦੇ ਆ। ਸੁਣੋ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਉਹ ਸਾਨੂੰ ਕੁਝ ਦੱਸ ਰਹੇ ਹਨ। ਸੋਰਠ ਮਹੱਲਾ ਨੌਵਾਂ। ਸੋਰਠ ਰਾਗਣੀ ਹੈ, ਮਹੱਲੇ ਨੌਵੇਂ ਤੋਂ ਭਾਵ ਗੁਰੂ ਤੇਗ ਬਹਾਦਰ ਜੀ ਦੇ ਬਚਨ। ਜੇ ਤੁਸੀਂ ਵੀ ਪੜ੍ਹਨੇ ਹੋਣ ਨਾ, 633 ਅੰਗ ਤੇ ਸ਼ਬਦ ਆਉਂਦਾ, ਜ਼ਰੂਰ ਪੜ੍ਹਿਓ। ਕਿਉਂਕਿ ਇੱਕ ਸੁਣਨਾ, ਇੱਕ ਆਪ ਗੁਰੂ ਦੀ ਗੋਦ 'ਚ ਬਹਿ ਕੇ ਪੜ੍ਹਨਾ, ਇਹਦਾ ਬੜਾ ਜ਼ਿਆਦਾ ਆਨੰਦ ਹੈ। ਗੁਰੂ ਕਿਸੇ ਮਹਾਨ ਬੰਦੇ ਬਾਰੇ ਤੁਸੀਂ ਸੁਣੀ ਜਾਓ, ਸੁਣੀ ਜਾਓ।
ਤੇ ਜਿੱਦੇ ਉਹਨੂੰ ਮਿਲੋਗੇ ਖੁਸ਼ੀ ਹੁੰਦੀ ਹੈ ਨਾ ਬਹੁਤ, ਮੈਂ ਫਲਾਣੇ ਨੂੰ ਮਿਲ ਕੇ ਵੀ ਆਇਆ। ਐਸੇ ਤਰ੍ਹਾਂ ਜਿੱਦੇ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹਾ ਧੋ ਕੇ ਸਾਫ਼ ਵਸਤਰ ਪਹਿਨ ਕੇ ਆਪ ਪੜੋਗੇ ਨਾ ਬਾਣੀ, ਜੇ ਉਹਦੇ ਗੁਰੂ ਨਾਲ ਅਸਲੀ ਤੁਹਾਡੀ ਸਿੱਧੀ ਗੱਲ ਹੋ ਜਾਵੇ, ਫਿਰ ਦੇਖਿਓ ਆਨੰਦ। ਜ਼ਰੂਰ ਪੜ੍ਹਿਓ। ਲਓ ਪਹਿਲਾਂ ਸੁਣ ਲਓ ਮਹਾਰਾਜ ਕੀ ਦੱਸਦੇ ਹਨ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ। ਹੁਣ ਦੇਖੋ ਮਾਈਆਂ ਵੀ ਬੈਠੀਆਂ, ਭਾਈ ਵੀ ਬੈਠੇ ਐ। ਅਸਲ ਵਿੱਚ ਸਾਡਾ ਧਰਮ ਹੈ ਇਨਸਾਨੀਅਤ। ਬਾਕੀ ਕੋਈ ਬ੍ਰਾਹਮਣਾਂ ਦੇ ਘਰੇ ਜੰਮ ਪਿਆ, ਭਾਵੇਂ ਕੋਈ ਸੁਨਿਆਰਾਂ ਦੇ ਘਰੇ ਜੰਮ ਪਿਆ, ਕੋਈ ਜੱਟਾਂ ਦੇ ਘਰੇ ਜੰਮ ਪਿਆ, ਕੋਈ ਰਵਿਦਾਸੀਆਂ ਦੇ ਘਰੇ ਜੰਮ ਪਿਆ, ਇਹ ਗੱਲਾਂ ਤਾਂ ਸੰਸਾਰ ਦੀਆਂ, ਇਹਨਾਂ ਨੂੰ ਛੱਡਿਆ ਕਰੋ। ਇਹ ਪਹਿਲਾਂ ਸੀ, ਹੁਣ ਨਹੀਂ ਰਹਿ ਗਈਆਂ ਗੱਲਾਂ। ਸਭ ਤੋਂ ਪਹਿਲੀ ਗੱਲ, ਅਸੀਂ ਇੱਕ ਇਨਸਾਨ ਆ, ਇੱਕੋ ਜਿਹਾ ਖੂਨ ਹੈ, ਇੱਕੋ ਜਿਹਾ ਹੀ ਸਰੀਰ ਹੈ। ਗੁਰਮੁਖ ਜਿਹੜਾ ਕੋਈ ਜਿਹੇ ਜੇ ਕੰਮ ਕਰਦਾ ਉਹਨੂੰ ਉਹੇ ਜਿਹਾ ਜਾਣਿਆ ਜਾਂਦਾ। ਹੁਣ ਅਸੀਂ ਕੀਰਤਨ ਕਰਦੇ, ਆਪਾਂ ਕਹਿੰਦੇ ਆ ਕੀਰਤਨੀਆ ਸਿੰਘ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਕੇ ਵਜ਼ੀਰ ਕਿੰਨੇ ਬਦਲਦੇ ਆ, ਨਾ ਤਾਂ ਉਹਦਾ ਕੋਈ ਹੋਰ ਹੁੰਦਾ ਹੈ, ਜਾਤੀ ਵੀ ਪਤਾ ਨਹੀਂ ਕਿਹੜੀ ਹੋ। ਆਪਾਂ ਕੀ ਕਹਿੰਦੇ ਆ, ਸਾਡੇ ਹੈੱਡ ਗ੍ਰੰਥੀ ਸਾਹਿਬ। ਹੁਣ ਕਿਸੇ ਵੀ ਕੌਮ ਦਾ ਬੱਚਾ ਫੌਜ 'ਚ ਭਰਤੀ ਹੋ ਜੇ, ਆਪਾਂ ਕਹਾਂਗੇ ਫੌਜੀ ਹੈ ਜੀ। ਕੋਈ ਘਰ ਬਣਾਉਂਦਾ ਹੈ, ਉਹ ਜਿੱਥੇ ਮਰਜ਼ੀ ਪੈਦਾ ਹੋਇਆ ਹੈ, ਜਦੋਂ ਸਾਡੇ ਕੰਮ ਕਰੂ ਆਪਾਂ ਕਹਾਂਗੇ ਮਿਸਤਰੀ ਲਾਇਆ ਹੋਇਆ। ਇਸੇ ਤਰ੍ਹਾਂ ਹੁਣ ਸੁਣੋ, ਮਹਾਰਾਜ ਕਹਿੰਦੇ ਚਾਹੇ ਕੋਈ ਔਰਤ ਹੈ ਚਾਹੇ ਕੋਈ ਮਰਦ ਹੈ, ਆਹ ਗੁਣ ਆਪਣੇ ਚ ਲਿਆਓ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਕਹਿੰਦੇ ਦੁੱਖ ਵੀ ਆਉਂਦੇ ਐ, ਜਿੰਨਾ ਚਿਰ ਦੁੱਖ ਨਹੀਂ ਆਉਂਦੇ ਤੁਹਾਨੂੰ ਸੁੱਖ ਦੀ ਕਦਰ ਹੀ ਨਹੀਂ ਪੈਂਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਆਮ ਗੱਲ ਹੈ, ਸਾਡੇ ਘਰ ਕੋਈ ਬੱਚੀ ਵਿਆਹ ਕੇ ਆ ਜੇ ਤੇ ਹੁੰਦਾ ਹੀ ਹੈ, ਧੀਆਂ ਵਾਲਿਆਂ ਨੂੰ ਆਏ ਹੁੰਦਾ ਹੈ ਹੁਣ ਦੋਤੇ ਦੋਤੀਆਂ ਹੋ ਜਾਣ, ਪੁੱਤ ਵਾਲਿਆਂ ਨੂੰ ਆਏ ਹੁੰਦਾ ਪੋਤੇ ਪੋਤੀਆਂ ਹੋ ਜਾਣ। ਤੇ ਜਦੋਂ ਬੱਚੇ ਨੂੰ ਜਨਮ ਦਿੱਤਾ ਜਾਂਦਾ ਹੈ, ਉਦੋਂ ਕਿਤੇ ਦੁੱਖ ਘੱਟ ਹੁੰਦਾ। ਜਣੇਪੇ ਸਮੇਂ ਮਾਂ ਦੇ ਸਰਾਣੇ ਕਫਨ ਹੁੰਦਾ, ਕਹਿੰਦੇ ਉਹਨੂੰ ਦੁੱਖ ਹੁੰਦਾ, ਪਰ ਬਾਕੀ ਪਰਿਵਾਰ ਨੂੰ ਖੁਸ਼ੀ ਹੁੰਦੀ ਹੈ। ਗੁਰੂ ਕਣਕ ਆਪਾਂ ਖਾਂਦੇ ਆ ਰੋਟੀਆਂ ਪਕਾ ਪਕਾ ਕੇ, ਜੇ ਕਣਕ ਦੇ ਬਾਰੇ ਦੇਖੋ ਕਿੰਨੇ ਦੁੱਖ ਸਹਿੰਦੀ ਹੈ। ਆਟਾ ਬਣਦਾ ਹੈ, ਮੁੱਕੀਆਂ ਦੇ ਦੇ ਕੇ ਫਿਰ ਗੁੰਨਿਆ ਜਾਂਦਾ, ਫਿਰ ਅੱਗ ਤੇ ਸੜਦੀ ਹੈ, ਫਿਰ ਕਿਤੇ ਸਾਨੂੰ ਤਾਕਤ ਦਿੰਦੀ ਹੈ। ਸੌਖਾ ਨਹੀਂ ਹੈ, ਦੁੱਖ ਜ਼ਰੂਰੀ ਨੇ। ਮਹਾਰਾਜ ਕਹਿੰਦੇ ਜਿਹੜਾ ਇਨਸਾਨ ਦੁੱਖ ਦੇ ਵਿੱਚ ਦੁਖੀ ਨਹੀਂ ਹੁੰਦਾ, ਗੁਰੂ ਅਰਜਨ ਦੇਵ ਵਾਂਗੂ ਸੋਚੇ ਵੀ ਤੇਰਾ ਕੀਆ ਮਿੱਠਾ ਲੱਗਦਾ। ਜਿਹੜੇ ਰੰਗੇ ਹੋਏ ਨੇ ਨਾ, ਉਹ ਇੱਕੋ ਗੱਲ ਕਹਿ ਕੇ ਨਿਬੇੜਦੇ ਆ ਕੰਮ, ਵੀ ਤੇਰਾ ਕੀਆ ਮਿੱਠਾ ਲੱਗਦਾ। ਇਸ ਤਰ੍ਹਾਂ ਦਾ ਇਨਸਾਨ ਕੋਈ ਬਣ ਜਾਵੇ। ਅੱਗੇ ਪਾਤਸ਼ਾਹ ਹੋਰ ਵੀ ਦੱਸਦੇ ਹਨ, ਸੁਖ ਸਨੇਹੋ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਾਨੈ। ਕਹਿੰਦੇ ਸੁਖ ਸਨੇਹੋ ਅਰ ਭੈ ਨਹੀਂ ਜਾ ਕੇ, ਕਹਿੰਦੇ ਸੁਖ ਆਵੇ ਖੁਸ਼ੀ ਵਿੱਚ ਵਾਲਾ ਹੰਕਾਰ ਨਾ ਕਰੇ। ਭਾਵ ਸੁਖ ਨਾਲ ਵੀ ਵਾਲਾ ਪਿਆਰ ਹੈ ਨਹੀਂ, ਕੋਈ ਅਸਰ ਨਹੀਂ ਹੈ। ਜੇ ਕਿਤੇ ਦੁੱਖ ਦਾ ਸਮਾਂ ਆ ਜੇ, ਉਦੋਂ ਡਰ ਵੀ ਕੋਈ ਨਹੀਂ ਹੈ। ਸੁਖ ਸਨੇਹੋ, ਸੁਖ ਨਾਲ ਪਿਆਰ ਨਹੀਂ, ਅਰ ਭੈ ਨਹੀਂ ਜਾ ਕੇ, ਦੁੱਖ ਦਾ ਡਰ ਨਹੀਂ। ਕੰਚਨ ਮਾਟੀ ਮਨ ਹੈ, ਭਾਵੇਂ ਮਿਲ ਜੇ ਸੋਨਾ ਤੇ ਭਾਵੇਂ ਸੋਨਾ ਚਲਿਆ ਜਾਵੇ, ਮਿੱਟੀ ਦੇ ਹੀ ਬਰਤਨ ਮਿਲ ਜਾਣ, ਤਾਂ ਵੀ ਆਪਣਾ ਮਨ ਦੁਖੀ ਨਹੀਂ ਕਰਨਾ। ਸੁੱਖ ਵਿੱਚ ਹੰਕਾਰ ਨਹੀਂ ਕਰਨਾ, ਦੁੱਖ ਵੇਲੇ ਰੋਣਾ ਨਹੀਂ। ਇਹੀ ਕਹਿਣਾ ਵੀ ਮਾਲਕਾ ਜੋ ਤੇਰੀ ਰਜ਼ਾ ਹੈ, ਅਸੀਂ ਇਸੇ 'ਚ ਹੀ ਖੁਸ਼ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਣ ਵੀ ਹੋਣੇ ਜ਼ਰੂਰੀ ਹੈ। ਇਹ ਰੱਬੀ ਬੰਦਿਆਂ ਦੇ ਗੁਣ ਨੇ। ਦੱਸਿਆ ਹੋਰ ਵੀ ਹੈ, ਅੱਗੇ ਹੋਰ ਦੱਸਦੇ ਹਨ, ਰਹਾਓ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ। ਕਹਿੰਦੇ ਭਾਵੇਂ ਸਾਨੂੰ ਕੋਈ ਮਾੜਾ ਕਹੀ ਜਾਵੇ, ਨਿੰਦਿਆ ਸ਼ਬਦ ਪਤਾ ਕੀ ਹੁੰਦਾ ਹੈ?
ਹੁਣ ਮੰਨ ਲਓ ਕੋਈ ਪਰਿਵਾਰ ਦਾ ਮੈਂਬਰ ਜਾਂ ਪਿੰਡ ਦਾ ਬੰਦਾ ਗਲਤ ਕਰਦਾ ਹੈ, ਜਿੰਨਾ ਕੁ ਗਲਤ ਕਰ ਰਿਹਾ ਅਸੀਂ ਉਹਨਾਂ ਉਹਨੂੰ ਕਹੀਏ ਵੀ ਭਾਈ ਆਹ ਤੇਰੀ ਗਲਤੀ ਹੈ, ਇਹ ਨਿੰਦਿਆ ਨਹੀਂ ਹੁੰਦੀ ਗੁਰੂ। ਇਹ ਹੁੰਦਾ ਅਗਲੇ ਨੂੰ ਸਮਝਾਉਣਾ, ਦੱਸਣਾ। ਤੇ ਨਿੰਦਿਆ ਕੀ ਹੈ ਵੀ ਗਲਤੀ ਤਾਂ ਘੱਟ ਹੈ, ਉਹਨੂੰ ਵਧਾ ਕੇ ਦੱਸਣਾ, ਉਹ ਹੁੰਦੀ ਹੈ ਨਿੰਦਿਆ। ਕੰਡੇ ਨੂੰ ਵੀ ਕਹੀਏ, ਫੁੱਲ ਨੂੰ ਵੀ ਕਹੀਏ ਵੀ ਇਹ ਕੰਡਾ ਹੈ, ਉਹ ਨਿੰਦਿਆ ਹੈ। ਤੇ ਕੰਡੇ ਨੂੰ ਕਹੀਏ ਫੁੱਲ ਹੈ, ਉਹ ਹੁੰਦੀ ਹੈ ਉਸਤਤ, ਗੱਲ ਵਧਾ ਕੇ ਕਰਨੀ। ਤੇ ਸੱਚੇ ਪਾਤਸ਼ਾਹ ਕਹਿੰਦੇ ਠੀਕ ਹੈ, ਜਿਹੇ ਜਿਹਾ ਤੈਨੂੰ ਮਾਲਕ ਨੇ ਗੁਣ ਦਿੱਤਾ ਹੈ ਉਹਨੂੰ ਸੰਸਾਰ 'ਚ ਵੰਡ, ਚੰਗਾ ਕਰ। ਜੇ ਚੰਗਾ ਕਰਦੇ ਨੂੰ ਕੋਈ ਮਾੜਾ ਵੀ ਕਹਿ ਦੇ ਫਿਰ ਉਦੋਂ ਦੁਖੀ ਨਹੀਂ ਹੋਣਾ। ਨਹਿ ਨਿੰਦਿਆ ਨਹਿ ਉਸਤਤ ਜਾ ਕੇ, ਲੱਖਾਂ ਲੋਕ ਤੈਨੂੰ ਸਲਾਮਾਂ ਕਰੀ ਜਾਣ, ਕਿਤੇ ਇਹ ਨਾ ਹੋਵੇ ਜਿਨ੍ਹਾਂ ਨੇ ਤੈਨੂੰ ਵੱਡਾ ਕੀਤਾ, ਮਾੜਾ ਮੋਟਾ ਸਤਿਕਾਰ ਦਿੱਤਾ ਹੈ, ਤੂੰ ਉਹਨਾਂ ਨੂੰ ਹੀ ਵੱਡਪਣਾ ਦਿਖਾਉਣ ਲੱਗ ਜਾ। ਚਾਹੇ ਉਹ ਮਾਂ-ਬਾਪ ਹੈ, ਚਾਹੇ ਮਿੱਤਰ ਦੋਸਤ ਨੇ, ਚਾਹੇ ਰਿਸ਼ਤੇਦਾਰ ਸਕੇ ਸੰਬੰਧੀ ਹੈ, ਜਿਨ੍ਹਾਂ ਨੇ ਸਾਨੂੰ ਵੱਡੇ ਕੀਤਾ, ਇੱਥੋਂ ਤੱਕ ਪਹੁੰਚਾਇਆ, ਉਹਨਾਂ ਮੂਹਰੇ ਕਿਤੇ ਵੱਡੇ ਹੋ ਕੇ ਨਹੀਂ ਖੜਨਾ ਚਾਹੀਦਾ। ਗੁਰੂ ਬਰਾਬਰ ਕਰੋ ਉਹਨਾਂ ਨੂੰ ਵੀ। ਮਹਾਰਾਜ ਕਹਿੰਦੇ ਨਾ ਤਾਂ ਨਿੰਦਿਆ ਦਾ ਦੁੱਖ, ਨਾ ਉਸਤਤ ਦਾ ਬਾਹਲਾ ਹੰਕਾਰ ਹੋਵੇ, ਲੋਭ ਮੋਹ ਅਭਿਮਾਨਾ, ਕਹਿੰਦੇ ਨਾ ਹੀ ਤੇਰੇ ਵਿੱਚ ਬਾਹਲਾ ਲੋਭ ਹੋਵੇ। ਤੇ ਹੁਣ ਜਿਹੜਾ ਦੁੱਖ ਹੈ ਨਾ, ਤੁਹਾਨੂੰ ਪਤਾ ਵੀ ਜ਼ਿਆਦਾਤਰ ਲੋਭ ਕਰਕੇ ਹੀ ਦੁੱਖ ਹੈ। ਹਾਲਾਂਕਿ ਜੀਵਨ ਜਿਉਣ ਜੋਗਾ ਰੱਬ ਨੇ ਸਭ ਨੂੰ ਦਿੱਤਾ ਹੈ। ਜਿਹੜੀ ਸਾਡੀ ਭੱਜ ਦੌੜ ਹੈ, ਆ ਵੀ ਮੇਰਾ ਹੋਵੇ, ਆ ਵੀ ਮੇਰਾ ਹੋਵੇ, ਉਹ ਹੁੰਦਾ ਲੋਭ ਗੁਰੂ। ਤੇ ਲੋਭ ਵੀ ਐਸਾ, ਚਲੋ ਆਪਣੀ ਮਿਹਨਤ ਕਰਕੇ ਕਮਾ ਲਓ, ਚੰਗੀ ਗੱਲ ਹੈ, ਮੈਂ ਮਾੜਾ ਨਹੀਂ ਕਹਿੰਦਾ, ਪਰ ਦੂਜਿਆਂ ਨੂੰ ਉਜਾੜ ਕੇ, ਦੂਜਿਆਂ ਨੂੰ ਦੁਖੀ ਕਰਕੇ ਆਪਣਾ ਤਪ ਤੇਜ ਵਧਾਉਣਾ, ਜਾਇਦਾਦ ਵਧਾਉਣੀ, ਇਹ ਠੀਕ ਨਹੀਂ ਹੁੰਦਾ ਗੁਰੂ। ਜੇ ਧਰਮ ਦੀ ਗੱਲ ਕਰੀਏ, ਇਸਲਾਮ ਧਰਮ ਵਿੱਚ ਵਾਧਾ ਤਾਂ ਬਾਬਾ ਫਰੀਦ ਜੀ ਨੇ ਵੀ ਕੀਤਾ। ਕਿੰਨਿਆਂ ਨੂੰ ਅੱਲਾ ਅੱਲਾ ਜਪਾਇਆ, ਮੁਸਲਮਾਨ ਬਣਾ ਤੇ ਪੱਕੇ। ਤੇ ਇਸਲਾਮ ਵਿੱਚ ਵਾਧਾ ਹੀ ਔਰੰਗਜ਼ੇਬ ਚਾਹੁੰਦਾ ਸੀ ਸਾਰੇ ਮੁਸਲਮਾਨ ਹੋਣ, ਪਰ ਤਰੀਕੇ 'ਚ ਫਰਕ ਸੀ। ਬਾਬਾ ਫਰੀਦ ਜੀ ਨੇ ਮਾਲਾ ਫੇਰੀ, ਕਿਸੇ ਨੂੰ ਦੁੱਖ ਨਹੀਂ ਦਿੱਤਾ ਗੁਰੂ ਨੇ। ਪਰ ਔਰੰਗਜ਼ੇਬ ਨੇ ਤਲਵਾਰ ਚੱਕੀ, ਛੱਡਿਆ ਹੀ ਕੋਈ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾ ਪਿਤਾ ਬਖਸ਼ਿਆ, ਨਾ ਭਰਾ ਬਖਸ਼ੇ। ਆਪਾਂ ਤਾਂ ਕਹਿੰਦੇ ਆ ਵੀ ਚਲੋ ਹਿੰਦੂਆਂ ਦਾ ਦੁਸ਼ਮਣ ਸੀ, ਸਿੱਖਾਂ ਦਾ ਸੀ। ਤੇ ਗੁਰਮੁਖ ਪਿਆਰਿਓ, ਉੱਥੇ ਕਈ ਮੁਸਲਮਾਨ ਫਕੀਰ ਵੀ ਸੀਗੇ, ਜਿਨ੍ਹਾਂ ਨੂੰ ਔਰੰਗਜ਼ੇਬ ਨੇ ਮੁਸਲਮਾਨ ਹੁੰਦਿਆਂ ਹੋਇਆਂ ਵੀ ਪੁੱਠੀਆਂ ਖੱਲਾਂ ਲਾਤੀਆਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਦਾਂ ਠੀਕ ਨਹੀਂ, ਦੂਜਿਆਂ ਨੂੰ ਦੁਖੀ ਕਰਕੇ ਆਪ ਸੁਖ ਮੰਨਣਾ, ਇਹ ਮਾਲਕ ਕਹਿੰਦੇ ਠੀਕ ਨਹੀਂ ਹੈ। ਨਹਿ ਨਿੰਦਿਆ ਨਹਿ ਉਸਤਤ ਜਾ ਕੈ, ਲੋਭ ਮੋਹ ਅਭਿਮਾਨਾ, ਨਾ ਬਾਲੀ ਮੋਹ ਮਾਇਆ 'ਚ ਫਸ, ਤੇ ਨਾ ਹੀ ਬਾਹਲਾ ਹੰਕਾਰ ਕਰ ਵੀ ਮੇਰੇ ਵਰਗਾ ਕੌਣ ਹੈ। ਇਹ ਠੀਕ ਨਹੀਂ, ਇਹ ਗੁਣ ਤੇਰੇ ਵਿੱਚ ਹੋਣੇ ਜ਼ਰੂਰੀ ਹਨ। ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਸੋਗ ਤੋਂ ਭਾਵ ਹੈ ਗਮੀ, ਦੁੱਖ ਦਾ ਸਮਾਂ। ਹਰਖ ਇੱਥੇ ਕਿਹਾ ਖੁਸ਼ੀ। ਸਤਿਗੁਰੂ ਕਹਿੰਦੇ ਖੁਸ਼ੀਆਂ ਗਮੀਆਂ ਤੋਂ ਵੀ ਰਹਿਤ ਹੋ ਜਾ। ਤੇਰੀ ਇੱਜ਼ਤ ਵੱਧ ਰਹੀ ਆ ਜਾਂ ਤੇਰਾ ਅਪਮਾਨ ਹੋ ਰਿਹਾ, ਇਹ ਗੱਲ ਵੀ ਛੱਡ। ਤੈਨੂੰ ਚਾਹੀਦਾ ਸੰਸਾਰ ਦੇ ਭਲੇ ਲਈ ਕਾਰਜ ਕਰ, ਪਰਮਾਤਮਾ ਦਾ ਭਜਨ ਕਰੀ ਚੱਲ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਰਾਹ ਤੇ ਤੁਰਨਾ। ਵਾਰ-ਵਾਰ ਬਾਣੀ 'ਚ ਇਹੀ ਗੱਲ ਕਹੀ ਹੈ। ਗੁਰੂ ਰਾਮਦਾਸ ਜੀ ਵੀ ਕਹਿੰਦੇ ਨੇ, ਕਹਿੰਦੇ ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਜਿਹੜੇ ਸਾਨੂੰ ਮਾਲਕ ਨੇ ਗੁਣ ਦਿੱਤੇ ਨਾ, ਉਹਨੂੰ ਸੰਭਾਲੋ ਭਾਈ। ਤੇ ਇੱਥੇ ਵੀ ਸੱਚੇ ਪਾਤਸ਼ਾਹ ਕਹਿੰਦੇ ਦੁਨੀਆ ਜੋ ਕਹਿੰਦੀ ਹੈ ਕਹੇ, ਹਾਂ ਇੰਨਾ ਕੁ ਜ਼ਰੂਰ ਦੇਖ ਲਿਆ ਕਰ, ਜੋ ਕਹਿੰਦੇ ਨੇ ਪਹਿਲਾਂ ਸੁਣ, ਸਮਝ ਵੀ ਕੀ ਇਹ ਠੀਕ ਤਾਂ ਨਹੀਂ ਕਹਿ ਰਹੇ। ਹੁਣ ਕਹਿੰਦੇ ਤਾਂ ਨਸ਼ੇੜੀਆਂ ਨੂੰ ਵੀ ਆਪਾਂ ਬਹੁਤ ਆ ਵੀ ਭਾਈ ਤੰਬਾਕੂ ਖਾਣਾ ਛੱਡ ਦਿਓ, ਨਸ਼ੇ ਛੱਡ ਦਿਓ, ਆ ਟੀਕੇ ਟੂਕੇ ਲਾਉਣੇ ਛੱਡ ਦਿਓ, ਜ਼ਿੰਦਗੀਆਂ ਬਰਬਾਦ ਹੋ ਰਹੀਆਂ। ਮਰਨ ਵਾਲਾ ਤਾਂ ਮਰ ਜਾਂਦਾ ਹੈ, ਬਾਕੀ ਪਰਿਵਾਰ ਜਿਉਂਦਾ ਵੀ ਮਰਿਆ ਨਾਲੋਂ ਵੱਧ ਹੋ ਜਾਂਦਾ। ਆ ਦੇਖਿਆ ਨਾ ਕਿੰਨੀਆਂ ਭੈਣਾਂ ਵਿਧਵਾ ਹੋਈਆਂ, ਹੁਣ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਸੀ, ਮਾਪੇ ਉਦੋਂ ਦੁਖੀ।
ਹੁਣ ਸਮਝਾਉਂਦੇ ਤਾਂ ਉਹਨਾਂ ਨੂੰ, ਜੇ ਉਹ ਵੀ ਸੋਚਣ ਵੀ ਜੋ ਕਹਿੰਦਾ ਕੋਈ ਕਹੇ ਆਪਾਂ ਨਹੀਂ ਹਟਣਾ, ਉਹ ਮਾੜੀ ਗੱਲ ਹੈ। ਪਹਿਲਾਂ ਵੇਖੋ ਤੁਸੀਂ ਠੀਕ ਜਾ ਰਹੇ ਹੋ ਜਾਂ ਗਲਤ ਰਾਹ ਜਾ ਰਹੇ ਹੋ। ਜੇ ਤੇਰਾ ਰਾਹ ਗਲਤ ਹੈ, ਧਰਮ ਆਗਿਆ ਨਹੀਂ ਦਿੰਦਾ, ਸਮਾਜ ਆਗਿਆ ਨਹੀਂ ਦਿੰਦਾ, ਉਸ ਰਾਹ ਨੂੰ ਬਦਲ ਭਾਈ, ਚੰਗਾ ਰਾਹ ਫੜ। ਜੇ ਸਹੀ ਰਾਹ ਤੁਰਿਆ ਫਿਰ ਤੁਰਿਆ ਚੱਲ। ਕਬੀਰ ਸਾਹਿਬ ਦੀ ਗੱਲ ਯਾਦ ਰੱਖੀ, ਕਦੇ ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲਦੇ, ਕਦੇ ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲਦੇ, ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲਦੇ, ਕਦੇ ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲਦੇ, ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲਦੇ, ਕਦੇ ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲਦੇ, ਕਦੇ ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲਦੇ, ਕਦੇ ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲਦੇ, ਚੱਲਦੇ, ਕਦੇ ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲਦੇ, ਕਦੇ ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲਦੇ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ। ਕਦੇ ਮਾਲਕ ਪੁਕਾਰ ਜ਼ਰੂਰ ਸੁਣਦਾ, ਤੁਰਿਆ ਚੱਲ ਚੰਗੇ ਰਾਹ ਤੇ। ਅੱਗੇ ਗੁਰੂ ਤੇਗ ਬਹਾਦਰ ਮਹਾਰਾਜ ਹੋਰ ਸਮਝਾ ਰਹੇ ਹਨ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਕਹਿੰਦੇ ਨਾਈ ਕੋਈ ਮਨ ਚ ਵਾਲੀ ਵੱਡੀ ਆਸ ਰੱਖ, ਕਿਉਂਕਿ ਜਦੋਂ ਆਸ ਲਾਉਨੇ ਆ ਨਾ, ਮੰਨ ਲਓ ਕਿਸੇ ਰਿਸ਼ਤੇਦਾਰ ਤੇ ਲਾ ਲਓ, ਕਿਸੇ ਮਿੱਤਰ ਤੇ ਲਾ ਲਓ, ਉਹਦੇ ਤੇ ਆਸ ਲਾ ਕੇ ਦਿਨ ਰਾਤ ਉਹਦੇ ਮੁਤਾਬਕ ਚੱਲਦੇ ਰਹੋ। ਜੇ ਉਹ ਸਾਡੀ ਆਸ ਤੇ ਪੂਰਾ ਨਾ ਉਤਰੇ ਫਿਰ ਦੁੱਖ ਹੋ। ਮਹਾਰਾਜ ਕਹਿੰਦੇ ਆਸ ਵੀ ਛੱਡ ਦੇ, ਪਰ ਔਖਾ ਹੈ। ਇਹ ਤਾਂ ਫਿਰ ਗੁਰੂ ਸਾਹਿਬ ਹੀ ਕਰ ਗਏ ਪਿਆਰਿਓ, ਪਰ ਜੇ ਮੰਨ ਲਾਂਗੇ ਗੱਲ ਅੱਜ ਵੀ ਬਣ ਜੂ। ਹੈ ਔਖਾ ਗੁਰੂ। ਦੇਖੋ ਛੋਟੀਆਂ ਮੋਟੀਆਂ ਪਹਾੜੀਆਂ ਰੋਪੜ ਤੋਂ ਸ਼ੁਰੂ ਹੋ ਜਾਂਦੀਆਂ, ਪਤਾ ਨਾ ਤੁਹਾਨੂੰ। ਅੱਗੇ ਜਾਓ ਹਿਮਾਲਿਆ ਪਰਬਤ ਹੈ। ਬੜਿਆਂ ਦਾ ਜੀ ਕੀਤਾ ਅਸੀਂ ਸਭ ਤੋਂ ਉੱਚੀ ਜਿਹੜੀ ਚੋਟੀ ਹੈ ਮਾਊਂਟ ਐਵਰੈਸਟ, ਉਹ ਤੇ ਚੜੀਏ। ਕਈ ਤੁਰ ਵੀ ਪਏ, ਪਰ ਕਈਆਂ ਦੀਆਂ ਲੋਥਾਂ ਵੀ ਨਹੀਂ ਲੱਭੀਆਂ, ਵੀ ਕਿੱਥੇ ਜੇ ਰਹਿ ਗਏ ਗੁਰੂ। ਜਿਹੜੇ ਉਹ ਸਭ ਤੋਂ ਉੱਚੀ ਮਾਊਂਟ ਐਵਰੈਸਟ ਚੋਟੀ ਤੇ ਚੜ੍ਹੇ ਭਾਰਤ ਵਿੱਚ, ਅੱਜ ਉਹ ਜਿੱਥੇ ਵੀ ਜਾਂਦੇ ਆ ਦੁਨੀਆ ਉਹਨਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਲਾਮਾਂ ਕਰਦੀ ਹੈ। ਇਸੇ ਤਰ੍ਹਾਂ ਸੰਸਾਰ ਵਿੱਚ ਹੈ, ਜਿੰਨਾ ਕੋਈ ਚੰਗਾ ਕਰਮ ਕਰਦਾ, ਵੱਧ ਮਿਹਨਤ ਕਰਦਾ ਭਲੇ ਵਾਸਤੇ, ਉਨਾ ਹੀ ਉਹਦਾ ਸਤਿਕਾਰ ਜ਼ਿਆਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਦੁਨੀਆ ਇਹ ਕਹਿੰਦੀ ਆ ਵੀ ਜੀਵੇ ਆਸਾ ਮਰੇ ਨਿਰਾਸ਼ਾ, ਪਰ ਸਤਿਗੁਰ ਕਹਿੰਦੇ ਤੂੰ ਆਸ ਵੀ ਛੱਡ। ਆਸਾ ਮਨਸਾ ਸਗਲ ਤੇ ਆਗੈ, ਜਗ ਤੇ ਰਹੇ ਨਿਰਾਸ਼ਾ। ਕਹਿੰਦੇ ਸੰਸਾਰ ਵੱਲੋਂ ਨਿਰਾਸ਼ ਹੋ ਕੇ ਪਰਮਾਤਮਾ ਦਾ ਭਜਨ ਕਰੀ ਚੱਲ। ਇਹ ਗੱਲਾਂ ਆਪਣੇ ਵਾਂਗੂ ਕੱਲੀਆਂ ਕਈਆਂ ਹੀ ਨਹੀਂ। ਖੁਸ਼ੀ ਇਸ ਗੱਲ ਦੀ ਵੀ ਕਈਆਂ ਉਹਨਾਂ ਨੇ ਹੈ ਜਿਨ੍ਹਾਂ ਨੇ ਪਹਿਲਾਂ ਕਮਾਈ ਕੀਤੀ। ਦੇਖੋ ਛੇਵੇਂ ਪਾਤਸ਼ਾਹ ਨੇ ਆਪਣੇ ਪੋਤਰੇ ਹਰਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਤੀ। ਗੁਰੂ ਤੇਗ ਬਹਾਦਰ ਨੇ ਕੋਈ ਰੌਲਾ ਨਹੀਂ ਪਾਇਆ ਵੀ ਮੈਂ ਵੀ ਬੈਠਾ। ਜਾ ਕੇ ਬਾਬੇ ਬਕਾਲੇ ਭਜਨ ਕਰਨਾ ਸ਼ੁਰੂ ਕਰਤਾ। ਮੱਖਣ ਸ਼ਾਹ ਨੇ ਕੀਤੀ ਅਰਦਾਸ। ਪੁਕਾਰ ਸੁਣ ਕੇ ਗੁਰੂ ਤੇਗ ਬਹਾਦਰ ਜੀ ਨੇ ਡੁੱਬਦਾ ਬੇੜਾ ਬੰਨੇ ਲਾਤਾ। ਕੋਈ ਰੌਲਾ ਨਹੀਂ ਪਾਇਆ।
ਪਰ ਜਦੋਂ ਮੱਖਣ ਸ਼ਾਹ ਆਇਆ, ਉਹ ਗੁਰਮੁਖ ਪਿਆਰਿਓ ਫਿਰ ਜਿੰਨੇ ਗੁਰੂ ਉੱਥੇ ਬਣੇ ਬੈਠੇ ਸੀ, 2-2 5-5 ਮੋਹਰਾਂ ਧਰਦਾ ਗਿਆ। ਮਨ 'ਚ ਇਹ ਵੀ ਧਾਰ ਲਿਆ ਵੀ ਜੇ ਗੁਰੂ ਸੱਚਾ ਇੱਥੇ ਹੈਗਾ ਤਾਂ ਮੈਥੋਂ 500 ਮੋਹਰ ਮੰਗ ਲੈ। ਸਤਿਗੁਰ ਨੇ ਮੋਢੇ ਤੋਂ ਲਾ ਕੇ ਕੱਪੜਾ ਉਹਨੂੰ ਦਿਖਾਇਆ ਵੀ ਸੀ। ਕਹਿੰਦੇ ਸੀ ਮੱਖਣ ਸ਼ਾਹ, ਕਾਹਦਾ ਇਤਬਾਰ, ਤੇਰੀ ਕਿੱਦਾਂ ਦੀ ਜ਼ੁਬਾਨ ਹੈ, ਮੋਢੇ ਉੱਤੇ ਦੇਖ ਹਜੇ ਕਿੱਲਾਂ ਦੇ ਨਿਸ਼ਾਨ ਹੈ, ਜਿਹੜਾ ਤੇਰਾ ਬੇੜਾ ਬੰਨੇ ਲਾਇਆ। ਪਰ ਦੱਸ, ਥੋੜਾ ਸੀ ਜੇ ਹੌਸਲਾ, ਤੂੰ ਭਾਰ ਨਹੀਂ ਸੀ ਚੁੱਕਣਾ। ਸੇਖੀ ਵਿੱਚ ਆ ਕੇ ਕਾਹਤੋਂ ਸੁਖੀ ਸੀ ਤੂੰ ਸੁਖਣ। ਕਹਿੰਦੇ ਜੇ ਤੇਰੇ 'ਚ ਹੌਸਲਾ ਹੈ ਨਹੀਂ ਸੀ, ਤੂੰ ਨਾ ਸੁਖਦਾ, ਉਹੀ ਅਰਦਾਸ ਕਰ ਦਿੰਦਾ, ਮਹਾਰਾਜ ਮੇਰਾ ਬੇੜਾ ਬੰਨੇ ਲਾ ਦੋ। ਪਰ ਜੇ ਤੂੰ ਸੁਖੀ ਸੀ ਵੀ ਮੈਂ 500 ਮੋਹਰ ਚੜਾਉਂਗਾ, ਹੁਣ ਦੱਸ ਫਿਰ 5 ਧਰ ਕੇ ਕਾਹਤੋਂ ਮੁੜ ਚੱਲੇ। ਜਦੋਂ ਆਹ ਗੱਲ ਕਹੀ ਤੇ ਧਾਰ ਨਿਕਲ ਗਈ ਮੱਖਣ ਸ਼ਾਹ ਦੀ। ਕਹਿੰਦਾ ਸੱਚੇ ਪਾਤਸ਼ਾਹ, ਮੋਹਰਾਂ ਤਾਂ 500 ਹੀ ਦੇਣੀਆਂ, ਪਰ 22 ਗੁਰੂ ਬਣੇ ਬੈਠੇ ਸੀ, ਪਤਾ ਹੀ ਨਹੀਂ ਸੀ ਲੱਗਦਾ ਸੱਚਾ ਕਿਹੜਾ। ਮੈਨੂੰ ਪਤਾ ਸੀ ਵੀ ਜਿਹੜਾ ਗੁਰੂ ਇੱਥੋਂ ਅਰਦਾਸ ਉੱਥੇ ਸਮੁੰਦਰ 'ਚ ਸੁਣ ਸਕਦਾ, ਉਹ ਹੁਣ ਵੀ ਸੁਣ ਲੂਗਾ। ਮਾਫ ਕਰਿਓ, ਮੈਂ ਤੁਹਾਡੀ ਪਰਖ ਕੀਤੀ, ਪਰ ਭੋਲੀ ਭਾਲੀ ਜਨਤਾ ਦੀ ਲੁੱਟ ਹੋ ਰਹੀ ਹੈ। ਉਹਨੇ ਪ੍ਰਗਟ ਕਰਤੇ। ਤੇ ਜਦੋਂ ਰੌਲਾ ਪਾਤਾ ਨਾ ਵੀ ਸੱਚਾ ਗੁਰੂ ਆ ਹੈ, ਕੋਠੇ ਤੇ ਖਲੋ ਕੇ ਫਿਰ ਨਾਰਾ ਇੱਕ ਮਾਰਿਆ, ਸੱਚਾ ਗੁਰੂ ਲਾਧੋ, ਗੁਰੂ ਲਾਧੋ ਰੇ ਪੁਕਾਰਿਆ। ਜਦੋਂ ਰੌਲਾ ਪਾਤਾ ਨਾ ਮੱਖਣ ਸ਼ਾਹ ਨੇ, ਤੇ ਵਿਰੋਧੀ ਜਿਹੜੇ ਸੀ, ਹੁਣ ਸਕੇ ਭਰਾ ਦਾ ਮੁੰਡਾ ਸੀ ਧੀਰ ਮੱਲ ਜੀ ਨੂੰ ਕਹਿੰਦੇ, ਉਹਨੇ ਕੀ ਕੀਤਾ, ਆਪਣੇ ਮਸੰਦ ਨੂੰ ਕਹਿੰਦਾ ਮਾਰ ਫਿਰ ਗੁਰੂ ਤੇਗ ਬਹਾਦਰ ਦੇ ਗੋਲੀ। ਬੰਦੂਕ ਚਲਾਤੀ ਗੁਰਮੁਖੋ। ਸੱਚੇ ਪਾਤਸ਼ਾਹ ਤਾਂ ਬਚ ਗਏ, ਮੱਖਣ ਸ਼ਾਹ ਨੂੰ ਚੜਿਆ ਗੁੱਸਾ। ਕਹਿੰਦਾ ਸਾਡੇ ਗੁਰੂ ਤੇ ਹਮਲਾ ਕੀਤਾ। ਧੀਰ ਮੱਲ ਦੇ ਡੇਰੇ ਦਾ ਸਾਰਾ ਤਾਂ ਸਾਜੋ ਸਮਾਨ ਲਿਆਂਦਾ, ਨਾਲੇ ਉਹਦੇ ਕੋਲੇ ਬੀੜ ਸੀ ਪਹਿਲੀ ਜਿਹੜੀ ਗੁਰੂ ਅਰਜਨ ਦੇਵ ਨੇ ਲਿਖਾਈ ਸੀ, ਉਹ ਵੀ ਚੱਕ ਲਿਆਂਦੀ। ਜਦੋਂ ਲਿਆਂਦਾ ਨਾ ਸਾਰਾ ਸਮਾਨ, ਫਿਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮੱਖਣ ਸ਼ਾਹ ਜੀ ਗੱਲ ਸੁਣੋ। ਆ ਹੁਣ ਜਿਹੜੇ ਸ਼ਬਦ 'ਚ ਵਿਚਾਰ ਆਈ ਹੈ ਨਾ, ਇਹ ਤੇ ਪਹਿਰਾ ਵੀ ਦਿੱਤਾ ਹੈ। ਕਹਿੰਦੇ ਮੇਰੇ ਭਰਾ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਦਾ ਪੁੱਤ ਹੈ ਧੀਰ ਮੱਲ, ਭਤੀਜਾ ਸਾਡਾ, ਕੋਈ ਗੱਲ ਨਹੀਂ। ਬੀੜ ਛੇਵੇਂ ਪਾਤਸ਼ਾਹ ਵੇਲੇ ਤੋਂ ਉਹਦੇ ਕੋਲ ਹੈ, ਉਹਦੀ ਅਮਾਨਤ ਆ, ਉਹਦੇ ਕੋਲ ਹੀ ਰਹਿਣ ਦੇ। ਕਹਿੰਦੇ ਜੇ ਉਹਨੇ ਆਪਣੇ ਤੇ ਹਮਲਾ ਕਰਤਾ, ਆਪਾਂ ਵੀ ਹਮਲਾ ਕਰਕੇ ਉਹਦੇ ਡੇਰੇ ਦਾ ਸਭ ਕੁਝ ਲੁੱਟ ਲਿਆਂਦਾ, ਫਿਰ ਉਹਦੇ ਵਿੱਚ ਤੇ ਆਪਣੇ 'ਚ ਫਰਕ ਕੀ ਰਹਿ ਗਿਆ, ਇਹ ਦੱਸ। ਇਹ ਹੈ ਭਾਈ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸ਼ਾ। ਜੇ ਹੁੰਦਾ ਆਪਣੇ ਵਰਗਾ ਵੀ ਹੁਣ ਤਾਂ ਐਡਾ ਵੱਡਾ ਵਪਾਰੀ ਕਹਿੰਦਾ ਸੱਚਾ ਗੁਰੂ ਇਹ ਹੈ, ਤੇ ਹੈ ਵੀ ਮੈਂ ਸੱਚਾ, ਬਾਕੀਆਂ ਨੂੰ ਤਾਂ ਲਾ ਦਿਆ ਸੌਦਾ। ਫਿਰ ਇਹ ਨਹੀਂ ਸੀ ਗੁਰਮੁਖ। ਅਸਲ ਵਿੱਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਇਹ ਹੈ ਦੁਸ਼ਮਣ ਬਾਰੇ ਵੀ ਬੁਰਾ ਨਹੀਂ ਸੋਚਣਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਗੁਰੂਆਂ ਨੇ ਯੁੱਧ ਕੀਤੇ, 4 ਜੰਗ ਛੇਵੇਂ ਪਾਤਸ਼ਾਹ ਨੇ, 14 ਜੰਗ ਗੁਰੂ ਗੋਬਿੰਦ ਸਿੰਘ ਨੇ ਕੀਤੇ, ਪਰ ਇੱਕ ਵਾਰੀ ਵੀ ਆਪ ਚੜ੍ਹਾਈ ਕਰਕੇ ਨਹੀਂ ਗਏ ਗੁਰੂ। ਜੇ ਕੋਈ ਘਰੇ ਬੈਠਿਆਂ ਨੂੰ ਮਾਰਨੀ ਆ ਜੇ, ਉਦੋਂ ਫਿਰ ਮਹਾਰਾਜ ਦਾ ਹੁਕਮ ਹੈ ਚੰਗੇ ਹਥਿਆਰ ਰੱਖ ਤੇ ਮੁਕਾਬਲਾ ਕਰ ਡਟ ਕੇ। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਸਤਿਗੁਰ ਕਹਿੰਦੇ ਜੇ ਬਰਾਬਰ ਦੀਆਂ 2 ਧਿਰਾਂ ਲੜਦੀਆਂ ਕੋਈ ਦੋਸ਼ ਨਹੀਂ, ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਇੱਕ ਪਾਸੇ ਗਰੀਬ ਨਿਮਾਣੇ ਨਿਹੱਥੇ ਹੋਣ ਤੇ ਦੂਜੇ ਪਾਸੇ ਫੌਜਾਂ ਚੜ੍ਹ ਕੇ ਆ ਜਾਣ, ਉਦੋਂ ਦੁੱਖ ਹੁੰਦਾ ਹੈ। ਗੁਰੂ ਨਾਨਕ ਨੂੰ ਵੀ ਕਹਿਣਾ ਪਿਆ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ, ਜਦੋਂ ਬਾਬਰ ਚੜ੍ਹ ਕੇ ਆਇਆ ਸੀ। ਤੇ ਹੁਣ ਵੀ ਸਾਡੇ ਸਿੱਖ ਸਿਧਾਂਤਾਂ ਤੇ, ਖਾਸ ਕਰਕੇ ਪੰਜਾਬੀਅਤ ਤੇ, ਪੰਜਾਬੀਆਂ ਤੇ, ਪੰਜਾਬ ਤੇ ਤਰ੍ਹਾਂ ਤਰ੍ਹਾਂ ਦੇ ਹਮਲੇ ਹੋ ਰਹੇ ਆ ਢੰਗ ਤਰੀਕਿਆਂ ਨਾਲ। ਕਦੇ ਨਸ਼ੇ,
ਕਦੇ ਫੁੱਟ ਪਾਈ, ਕਦੇ ਧਰਮੀ ਬੰਦਿਆਂ ਨੂੰ ਲੜਾਇਆ ਜਾਂਦਾ, ਬੰਦੇ ਹੀ ਲੜਦੇ ਆ, ਧਰਮ ਨਹੀਂ ਲੜਦੇ ਕਿਤੇ। ਗੁਰੂ ਗ੍ਰੰਥ ਸਾਹਿਬ, ਗੀਤਾ, ਬਾਈਬਲ, ਕੁਰਾਨ, ਕਿਤੇ ਇਹਨਾਂ ਨੂੰ ਲੜਦੇ ਦੇਖਿਆ ਤੁਸੀਂ? ਬੰਦੇ ਹੀ ਲੜਦੇ ਆ। ਤੇ ਆਪਣਾ ਕਿਹੜਾ ਜੀ ਕਰਦਾ ਇਹ ਲੜਾਇਆ ਜਾ ਰਿਹਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜੀ ਡੂੰਗੀ ਚਾਲ ਚੱਲੀ ਹੋਈ ਹੈ ਗੁਰਮੁਖੋ। ਬਚੋ ਜਿੰਨਾ ਬਚਿਆ ਜਾ ਸਕਦਾ ਹੈ। ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ, ਮੱਖਣ ਸ਼ਾਹ ਬੀੜ ਧੀਰਮਲ ਨੂੰ ਦਿਆ, ਜਿੰਨਾ ਸਮਾਨ ਉਹਦਾ ਸੀ ਉਹਦਾ ਉਹਨੂੰ ਦਿਆ, ਆਪਣੇ ਕਰਮਾਂ 'ਚ ਹੋਇਆ ਆਪੇ ਹੀ ਮਿਲ ਜੂ। ਤੇ ਅੱਜ ਵੇਖੋ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਜਿੱਥੇ ਜਿੱਥੇ ਚਰਨ ਪਾ ਗਏ ਉਹ ਥਾਵਾਂ ਨੂੰ ਭਾਗ ਲੱਗੇ। ਗੁਰੂ ਕੋਈ ਘਾਟਾ ਹੈਗਾ? ਘਾਟਾ ਤਾਂ ਕੀ ਆਉਣਾ ਸੀ। ਗੁਰੂ ਗੋਬਿੰਦ ਸਿੰਘ ਤਾਂ ਇੱਥੋਂ ਤੱਕ ਕਹਿ ਗਏ, ਕਹਿੰਦੇ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ। ਜਿੱਥੇ ਚਰਨ ਪੈ ਗਏ ਉੱਥੇ ਤਾਂ ਭਾਗ ਲੱਗਣੇ ਹੀ ਲੱਗਣੇ। ਤੁਸੀਂ ਜਿੱਥੇ ਵੀ ਬਹਿ ਕੇ ਗੁਰੂ ਤੇਗ ਬਹਾਦਰ ਨੂੰ ਚੇਤੇ ਕਰ ਲਓਗੇ ਨਾ, ਤੁਹਾਡੇ ਘਰ ਵਿੱਚ 9 ਨਿਧੀਆਂ 18 ਸਿੱਧੀਆਂ ਧੱਕੇ ਨਾਲ ਹੀ ਆਉਣਗੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਘਰਾਂ ਦੇ ਵਿੱਚ ਗੰਦੇ ਗੀਤ ਚਲਾਉਣੇ ਆ ਜਾਂ ਗੁਰੂਆਂ ਦੀ ਬਾਣੀ ਚਲਾਉਣੀ। ਆਹੀ ਜਗ੍ਹਾ ਹੈ। ਬਹੁਤ ਸਾਲਾਂ ਤੋਂ ਦਾਸ ਨੂੰ ਇੱਥੇ ਹਾਜ਼ਰੀ ਭਰਨ ਦਾ ਸਮਾਂ ਮਿਲਦਾ ਰਹਿੰਦਾ ਹੈ। ਪਹਿਲਾਂ ਦੂਜੇ ਪਾਸੇ ਮਹਾਰਾਜ ਦਾ ਪ੍ਰਕਾਸ਼ ਸੀ, ਹੁਣ ਆਹ ਜਗ੍ਹਾ ਉੱਪਰ ਦਰਬਾਰ ਸਾਹਿਬ ਬੜਾ ਸੋਹਣਾ ਬਣਿਆ, ਇੱਥੇ ਮੱਥੇ ਟੇਕਦੇ ਆ। ਹਾਲਾਂਕਿ ਥੱਲੇ ਲੰਗਰ ਹਾਲ 'ਚ ਕੋਈ ਮੱਥਾ ਟੇਕਦਾ ਗੁਰਮੁਖ? ਉਹ ਸਤਕਾਰ ਹੇਠਾਂ ਨਹੀਂ ਹੈ ਜਿਹੜਾ ਮਹਾਰਾਜ ਦੀ ਬਾਣੀ ਦਾ ਸਤਕਾਰ ਹੈ। ਜਿਹੜੇ ਹਿਰਦੇ ਵਿੱਚ ਬਾਣੀ ਵਸ ਗਈ, ਜਿਹੜੇ ਇਨਸਾਨ ਮਾਈ ਭਾਈ ਆਪਣੀ ਮੁਖ ਤੋਂ ਗੁਰਬਾਣੀ ਦਾ ਸਹੀ ਪ੍ਰਚਾਰ ਕਰਦੇ ਐ, ਦੁਨੀਆ ਉਹਨਾਂ ਨੂੰ ਮੱਥੇ ਟੇਕਦੀ ਹੈ। ਕਦਰ ਸਾਡੀ ਗੁਰੂ ਨਾਲ ਹੈ। ਇਸ ਕਰਕੇ ਭਾਈ ਇੱਕ ਤਾਂ ਆਪ ਤੇ ਆਪਣੇ ਬੱਚਿਆਂ ਨੂੰ ਅਰਦਾਸ ਜ਼ਰੂਰ ਯਾਦ ਕਰਾਓ। ਜਿਹੜੀ ਅਰਦਾਸ ਹੈ ਨਾ, ਕੱਲਾ ਹੀ ਨਹੀਂ ਵੀ ਦੁੱਖ ਸੁੱਖ ਵੇਲੇ ਕਰਨੀ ਹੈ, ਇਹਦੇ ਵਿੱਚ ਦਸੇ ਪਾਤਸ਼ਾਹੀਆਂ ਦੇ ਨਾਮ ਯਾਦ ਹੁੰਦੇ ਆ। ਜਦੋਂ ਕਹਿੰਦੇ ਆ ਨਾ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨੂੰ ਬਾਅਦ ਚਾਰੇ ਸਾਹਿਬਜ਼ਾਦੇ ਪੰਜ ਪਿਆਰੇ ਤੇ ਕਿੰਨੇ ਹੀ ਹਠੀ ਜਪੀ ਤਪੀ ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ। ਹੁਣ ਆ ਵੀ ਦੁੱਖ ਹੈ ਵੱਡਾ। ਅਰਦਾਸ 'ਚ ਤਾਂ ਆਪਾਂ ਕਹਿੰਦੇ ਆ ਵੀ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ। ਬਹੁਤ ਉਹ ਸੀ ਜਿਹੜਾ ਦੇਖਦੇ ਸੀ ਤੇ ਅਣਡਿੱਠ ਕਰ ਦਿੰਦੇ ਸੀ। ਤੇ ਆਪਾਂ ਨੂੰ ਜੇ ਮਾੜਾ ਜਿਹਾ ਪਤਾ ਲੱਗ ਜੇ ਫਲਾਣੇ ਦੇ ਇਦਾਂ ਹੋ ਗਿਆ, ਬਸ ਸੋਸ਼ਲ ਮੀਡੀਆ ਤੇ ਵੀ ਵੀ ਜਿੱਥੋਂ ਤੱਕ ਜ਼ੋਰ ਲੱਗੇ ਅਗਲੇ ਨੂੰ ਜਿਉਣ ਜੋਗਾ ਛੱਡਦੇ ਨਹੀਂ ਅਸੀਂ ਗੁਰੂ। ਜੇ ਸ਼ਾਂਤੀ ਰੱਖਣੀ ਹੈ ਨਾ, ਬਹੁਤ ਕੁਛ ਐਸਾ ਹੈ ਜਿਹੜਾ ਦੇਖ ਕੇ ਅਣਡਿੱਠ ਕਰ ਦਿਆ ਕਰੋ ਵੀ ਇਸ ਤਾਂ ਦੇਖਿਆ ਹੀ ਨਹੀਂ, ਜੇ ਮਨ ਸ਼ਾਂਤ ਰੱਖਣਾ। ਨਹੀਂ ਤਾਂ ਭਟਕ ਜਾਾਂਗੇ ਗੁਰਮੁਖੋ। ਗੱਲ ਕਿਤੋਂ ਦੀ ਹੁੰਦੀ ਹੈ, ਨਾਲੇ ਸਾਡਾ ਲੱਲਾ ਖੱਖਾ ਨਹੀਂ ਹੁੰਦਾ, ਭਟਕੀ ਆਪਾਂ ਜਾਂਦੇ ਰਹਿੰਦੇ। ਸਮਝੋ ਕੁਛ। ਅਰਦਾਸ ਕਿੰਨੇ ਸਿੰਘ ਸ਼ਹੀਦ ਹੋਏ ਉਹ ਯਾਦ ਆਉਂਦੇ ਐ। ਤੇ 8 ਖੈਰਾਂ ਨੇ ਜਿਹੜੀਆਂ ਆਪਾਂ ਕਹਿੰਦੇ ਆ ਨਾ, ਬਖਸ਼ੋ ਜੀ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ। ਇਹ 8 ਨੇ ਖੈਰਾਂ। ਉਹ ਇੰਨੀਆਂ ਆਪਣੇ ਯਾਦ ਨਹੀਂ ਆਉਂਦੀਆਂ, ਅਰਦਾਸ ਦੇ ਬਹਾਨੇ ਮਾਲਕ ਕੋਲੋਂ ਮੰਗੀਆਂ ਜਾਂਦੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਕਈ ਵਾਰੀ ਇਦਾਂ ਹੁੰਦਾ ਘਰੇ ਸਮਾਨ ਧਰਨਾ ਹੈ, ਕੋਈ ਲੋੜ ਪੈ ਜੇ, ਕਈ ਵਾਰੀ ਮੌਕੇ ਤੇ ਗ੍ਰੰਥੀ ਸਿੰਘ ਲੱਭਦੇ ਨਹੀਂ ਗੁਰਮੁਖ। ਤੇ ਜੇ ਅਰਦਾਸ ਯਾਦ ਹੋਊ, ਤੁਸੀਂ ਆਪ ਵੀ ਕਰ ਲਓਗੇ, ਮਾਲਕ ਤੁਹਾਡੀ ਵੀ ਸੁਣੂਗਾ। ਇਸ ਕਰਕੇ ਜ਼ਰੂਰ ਦੁੱਖ ਸੁੱਖ ਵੇਲੇ ਲੋੜ ਪੈਂਦੀ ਰਹਿੰਦੀ ਹੈ। ਗੁਰਬਾਣੀ ਨੂੰ ਕੰਠ ਕਰੋ ਵੱਧ ਤੋਂ ਵੱਧ, ਅਰਦਾਸ ਯਾਦ ਕਰੋ
ਤੇ ਲੋੜ ਪੈਣ ਤੇ ਕੰਮ ਆ ਸਕੇ, 4 ਪੈਸੇ ਵੀ ਜੋੜਿਆ ਕਰੋ ਗੁਰਮੁਖੋ। ਮਾਇਆ ਮਾੜੀ ਨਹੀਂ, ਪਰ ਗਲਤ ਤਰੀਕੇ ਨਾਲ ਨਹੀਂ ਜੋੜਨੀ। ਉਹ ਪਹਿਲਾਂ ਆਪਾਂ ਵਿਚਾਰਾਂ ਕੀਤੀਆਂ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਕਹਿੰਦੇ ਆਸਾ ਮਨਸਾ ਸਗਲ ਤੇ ਆਗੈ, ਜਗ ਤੇ ਰਹਿ ਨਿਰਾਸ਼ਾ। ਬਾਹਲੀ ਵੱਡੀ ਆਸ ਵੀ ਨਾ ਰੱਖ, ਜੇ ਨਾ ਪੂਰੀ ਹੋਈ ਫਿਰ ਦੁਖੀ ਹੋਏਗਾ। ਇਹਨੂੰ ਤਿਆਗ ਦੇ, ਸੰਸਾਰ ਵਿੱਚ ਉਸ ਮਾਲਕ ਦੀ ਰਜ਼ਾ ਵਿੱਚ ਰਹਿ ਲਿਆ ਕਰ। ਕਾਮ ਕ੍ਰੋਧ ਜਿਹੇ ਪਰਸੈ ਨਾਹਨ, ਤੇਹ ਘਟ ਬ੍ਰਹਮ ਨਿਵਾਸਾ। ਕਹਿੰਦੇ ਜ਼ਿਆਦਾ ਭੋਗ ਵਿਲਾਸ ਵੀ ਠੀਕ ਨਹੀਂ ਹੈ। ਕਾਮ ਕ੍ਰੋਧ, ਜੇ ਕਾਮ ਜ਼ਿਆਦਾ ਵੱਧ ਜੇ ਨਾ, ਕੁਦਰਤੀ ਗੱਲ ਹੈ, ਫਿਰ ਕ੍ਰੋਧ ਵੀ ਵੱਧ ਆਉਂਦਾ ਹੈ। ਇਹ ਦੋਨਾਂ ਦਾ ਮੇਲ ਹੈ। ਵੈਸੇ ਤਾਂ ਆਪਾਂ ਕਹਿੰਦੇ ਆਂ ਵੀ 5 ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਪਰ ਇਹ 5 ਹਮੇਸ਼ਾ ਨਹੀਂ ਹੁੰਦੇ ਬੰਦੇ 'ਚ। 2 ਤੱਤ ਇਹੋ ਜਿਹੇ ਹੈ ਜਿਹੜੇ ਸਮੇਂ ਤੇ ਪ੍ਰਗਟ ਹੁੰਦੇ ਆ। ਉਹ ਕਿਹੜੇ? ਇੱਕ ਤਾਂ ਕ੍ਰੋਧ, ਇੱਕ ਮੋਹ। ਇਹ 2 ਹਰ ਵੇਲੇ ਨਹੀਂ ਹੁੰਦੇ। ਹੁਣ ਕੋਈ ਕਾਰਜ ਕਰਦੇ ਹੋਵੋ, ਕੋਈ ਬੰਦਾ ਤੁਹਾਡੀ ਮਦਦ ਕਰਦੇ, ਉਹ ਤੇ ਸਾਨੂੰ ਕ੍ਰੋਧ ਨਹੀਂ ਆਉਂਦਾ, ਉਹ ਤੇ ਮੋਹ ਆਉਂਦਾ ਵੀ ਇਹ ਤਾਂ ਭਲਾ ਹੀ ਚੰਗਾ, ਮਦਦ ਕੀਤੀ। ਉਸੇ ਕੰਮ ਬਣਦੇ ਬਣਦੇ 'ਚ ਕੋਈ ਦਿੱਕਤ ਪਾ ਦੇ, ਫਿਰ ਮੋਹ ਨਹੀਂ ਆਉਂਦਾ, ਫਿਰ ਕ੍ਰੋਧ ਆਉਂਦਾ, ਗੁੱਸਾ ਆਉਂਦਾ। ਇਹ ਮੋਹ ਤੇ ਕ੍ਰੋਧ ਸਮੇਂ ਤੇ ਪ੍ਰਗਟ ਹੁੰਦੇ ਆ। ਤੇ 3 ਤੱਤ ਇਹ ਜਿਹੇ ਨੇ ਗੁਰਮੁਖ ਪਿਆਰਿਓ। ਇੱਕ ਤਾਂ ਹੰਕਾਰ, ਇੱਕ ਕਾਮ, ਇੱਕ ਲੋਭ। ਇਹ ਹਰ ਵਕਤ ਬੰਦੇ ਚੱਲਦੇ ਰਹਿੰਦੇ। ਮਹਾਰਾਜ ਕਹਿੰਦੇ ਕਾਮ ਕ੍ਰੋਧ ਜਿਹੇ ਪਰਸੈ ਨਾਹਨ। 5 ਦੀ ਗੱਲ ਛੱਡ, ਕਾਮ ਤੇ ਕ੍ਰੋਧ ਨੂੰ ਹੀ ਕਾਬੂ 'ਚ ਕਰ ਲਾ। ਖਤਮ ਤਾਂ ਨਹੀਂ ਕਰ ਸਕਦੇ ਆਪਾਂ, ਕਿਉਂਕਿ ਫਿਰ ਸੰਸਾਰ ਨਹੀਂ ਚੱਲਣਾ। ਨਾਮ ਜਿੱਥੇ ਜ਼ਰੂਰੀ ਹੈ, ਕੰਮ ਵੀ ਜ਼ਰੂਰੀ ਹੈ, ਪਰ ਮਹਾਰਾਜ ਕਹਿੰਦੇ ਇਹਨੂੰ ਕਾਬੂ 'ਚ ਕਰ ਲੈ। ਕਾਮ ਕ੍ਰੋਧ ਤੇ ਜਦੋਂ ਕਾਬੂ ਪਾ ਲਿਆ, ਤੇਰਾ ਫੇਰ ਵੀ ਭਲਾ ਹੋ ਜੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਫਿਰ ਗੁੱਸਾ ਨਹੀਂ ਆਊਗਾ। ਜਿੱਦੇ ਗੁੱਸਾ ਉਹਨੂੰ ਹਟ ਗਿਆ, ਉਹਦੇ ਸਮਝ ਲਈ ਤੇਰੇ ਹਿਰਦੇ 'ਚ ਰੱਬ ਆ ਕੇ ਬਹਿ ਗਿਆ। ਗੁਰੂ ਇਹਨੂੰ ਵੀ ਸਮਝ ਲਿਓ, ਗੁਰੂਆਂ ਨੇ ਜੰਗ ਯੁੱਧ ਕੀਤੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਨੇ ਜਦੋਂ ਭੇਜਿਆ ਸੀ ਨਾ ਸਰਹੰਦ ਵੱਲ, ਇਹ ਕਿਹਾ ਸੀ ਕਿ ਜਿਹੜੇ ਜ਼ਾਲਮ ਯੁੱਧ ਕਰ ਕਰਕੇ ਦੁਨੀਆ ਨੂੰ ਦੁੱਖ ਦਿੰਦੇ ਐ, ਉਹਨਾਂ ਪਾਪੀਆਂ ਨੂੰ ਰੋਕਣਾ ਹੈ। ਇਹ ਯੁੱਧ ਕਿਤੇ ਬਦਲੇ ਦੀ ਭਾਵਨਾ ਨਾਲ ਨਹੀਂ ਕਰਨਾ। ਭਾਵੇਂ ਕਿ ਮੇਰੇ ਬੱਚੇ ਸ਼ਹੀਦ ਕੀਤੇ ਐ, ਜੋ ਵੀ ਹੋਇਆ, ਬੰਦਾ ਸਿੰਘ ਬਹਾਦਰ ਜੀ ਮਨ ਵਿੱਚ ਬਦਲੇ ਦੀ ਭਾਵਨਾ ਨਹੀਂ ਰੱਖਣੀ। ਇਹ ਖਾਸ ਹਦਾਇਤ ਕੀਤੀ ਸੀ। ਤੇ ਗੁਰੂ ਗੋਬਿੰਦ ਸਿੰਘ ਦਾ ਸਾਰਾ ਜੀਵਨ ਪੜ੍ਹ ਲਓ। ਔਰੰਗਜ਼ੇਬ ਨੇ ਕਿੰਨੇ ਦੁੱਖ ਦਿੱਤੇ ਐ ਨਾ, ਪਰ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਔਰੰਗਜ਼ੇਬ ਦੇ ਪੁੱਤਰਾਂ 'ਚ ਲੜਾਈ ਪੈ ਗਈ ਰਾਜ ਭਾਗ ਬਾਰੇ। ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਨੂੰ ਬੇਨਤੀ ਕਰਦਾ, ਮਹਾਰਾਜ ਮੇਰੀ ਮਦਦ ਕਰੋ। ਉਹ ਗਵਾਲੀਅਰ ਬੰਨੀ ਜਾਜੂ ਦੇ ਸਥਾਨ ਤੇ ਯੁੱਧ ਚੱਲਦਾ ਸੀ। ਮਹਾਰਾਜ ਨੇ ਸਿੰਘ ਭੇਜੇ, ਉਹਨੂੰ ਜਿਤਾਇਆ। ਆਪ ਦਿੱਲੀ ਗਏ। ਬਹਾਦਰ ਸ਼ਾਹ ਦੇ ਸਿਰ ਤੇ ਕਲੰਗੀ ਤਾਜ ਗੁਰੂ ਗੋਬਿੰਦ ਸਿੰਘ ਨੇ ਆਪ ਧਰਿਆ। ਇਹ ਹੈ ਸ਼ੁੱਧ ਨੀਤੀ। ਰਾਜਨੀਤੀ ਗੰਦਲੀ ਨਹੀਂ ਹੋਣੀ ਚਾਹੀਦੀ। ਤੇ ਜੇ ਕਿਤੇ ਹੋਣ ਵਾਲਾ ਸਮਾਂ ਹੁੰਦਾ, ਗੁਰੂ ਗੋਬਿੰਦ ਸਿੰਘ ਨੇ ਕਹਿਣਾ ਸੀ ਵੀ ਔਰੰਗਜ਼ੇਬ ਤਾਂ ਰਿਹਾ ਨਹੀਂ, ਬੱਚਿਆਂ ਦੀ ਲੜਾਈ ਚੱਲਦੀ ਆ, ਆਪ ਹੀ ਰਾਜ ਸਾਂਭ ਲਓ। ਕਰ ਸਕਦੇ ਸੀ ਗੁਰਮੁਖ, ਪਰ ਨਹੀਂ। ਇਦੋਂ ਵੱਡੀ ਦੁਨੀਆ 'ਚ ਕੋਈ ਮਿਸਾਲ ਨਹੀਂ ਗੁਰਮੁਖ। ਦੂਜੇ ਨੂੰ ਕੁਛ ਨਹੀਂ ਆਖਿਆ, ਭਾਵੇਂ ਸਾਵੇਂ ਜ਼ੁਲਮੀ ਮਾਰੇ। ਉਹਨਾਂ ਦੇ ਧੀਆਂ ਪੁੱਤਰ ਸਮਝੇ ਜਾਨਾਂ ਤੋਂ ਪਿਆਰੇ। ਪਰ ਤਖ਼ ਬਹਾਦਰ ਸ਼ਾਹ ਨੂੰ ਦਿੱਤੀਆਂ ਬਾਦਸ਼ਾਹੀਆਂ ਜੀ, ਤੈਨੂੰ ਤਾਂ ਹੀ ਮੇਰੇ ਕਲੰਗੀ ਵਾਲਿਆ ਗੁਰੂਆ ਅੱਜ ਮਿਲਣ ਵਧਾਈਆਂ। ਐਵੇਂ ਨਹੀਂ ਅਸੀਸ ਝੁਕਾਉਂਦੇ। ਇੱਥੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਭਾਈ ਜਿੱਦੇ ਤੈਨੂੰ ਗੁੱਸਾ ਆਉਣੋਂ ਹਟ ਗਿਆ ਨਾ, ਸਮਝ ਨਹੀਂ ਤੇਰੇ ਅੰਦਰ ਪਰਮਾਤਮਾ ਬੈਠਾ ਹੈ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇਹ ਇਹ ਜੁਗਤ ਪਛਾਨੀ। ਆ ਹੁਣ ਜਿੰਨੀਆਂ ਵਿਚਾਰਾਂ ਆਪਾਂ ਕੀਤੀਆਂ ਸ਼ਬਦ ਦੀਆਂ, ਮਹਾਰਾਜ ਕਹਿੰਦੇ ਜਿਨ੍ਹਾਂ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰਤੀ, ਉਹ ਇਹਨਾਂ ਗੱਲਾਂ ਨੂੰ ਸਮਝਦੇ ਆ। ਤੇ ਇਹ ਜੁਗਤ ਪਛਾਨੀ। ਜੁਗਤ ਤੋਂ ਭਾਵ ਹੁੰਦਾ ਤਰੀਕਾ। ਜ਼ਿੰਦਗੀ ਤਾਂ ਜਿਉਣੀ ਹੈ, ਜੇ ਆ ਜਿਹੜਾ ਤਰੀਕਾ ਗੁਰੂ ਜੀ ਨੇ ਦੱਸਿਆ, ਇਸ ਤਰੀਕੇ ਮੁਤਾਬਕ ਜਿਉ ਲਾਂਗੇ, ਤੁਹਾਡਾ ਪਰਿਵਾਰ ਵੀ ਵਧੂ ਫੁੱਲੂ, ਕਾਰੋਬਾਰ 'ਚ ਵੀ ਤਰੱਕੀ ਹੋ ਜੂ, ਮਾਣ ਤਾਣ ਵੀ ਵੱਧ ਜੂਗਾ।
ਪਾਤਸ਼ਾਹ ਕਹਿੰਦੇ ਗੁਰੂ ਕਿਰਪਾ ਕਰੇ ਇਹ ਜੀ ਜੁਗਤੀ, ਇਹੋ ਜਿਹਾ ਤਰੀਕਾ ਸਾਨੂੰ ਸਮਝ ਆ ਗਏ, ਤੇ ਜਿਨ੍ਹਾਂ ਨੂੰ ਸਮਝ ਆ ਗਿਆ ਉਹਨਾਂ ਦੀ ਫਿਰ ਕੀ ਅਵਸਥਾ ਬਣਦੀ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਕਹਿੰਦੇ ਫਿਰ ਉਹਨਾਂ ਦੀ ਅਵਸਥਾ ਇਹ ਬਣਦੀ ਹੈ ਜਿਵੇਂ ਪਾਣੀ ਵਿੱਚ ਪਾਣੀ ਪਾ ਦਈਏ, ਦੱਸ ਨਹੀਂ ਨਾ ਸਕਦੇ ਵੀ ਸਾਡੇ ਵਾਲੇ ਗਲਾਸ ਆ ਹੈ, ਇੱਕਮਿੱਕ ਹੋ ਜਾਂਦਾ ਹੈ। ਇਸੇ ਤਰ੍ਹਾਂ ਆਮ ਇਨਸਾਨ ਵੀ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਆ, ਇੱਕੋ ਜਿਹੇ ਹੋ ਜਾਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਅਵਸਥਾ ਕਿਤੇ ਬਣ ਜਾਵੇ ਪਿਆਰਿਓ, ਫਿਰ ਹੈ ਜ਼ਿੰਦਗੀ ਜਿਉਣ ਦਾ ਆਨੰਦ। ਲਓ ਜਿੱਥੇ ਸ਼ਬਦ ਦੀ ਵਿਚਾਰ ਤੁਸੀਂ ਸੁਣੀ ਹੈ, ਗੁਰ ਇਤਿਹਾਸ ਵਿੱਚੋਂ ਇਤਿਹਾਸ ਦੀ ਵੀ ਆਪਾਂ ਸਾਂਝ ਪਾਉਣੀ ਹੈ ਵੀ ਜਿਹੜੀਆਂ ਵਿਚਾਰਾਂ ਕੀਤੀਆਂ ਕੀ ਇਹ ਹੋਇਆ ਵੀ ਹੈ, ਹੋਇਆ ਗੁਰੂ। ਸਾਡਾ ਇਤਿਹਾਸ ਹੋਇਆ ਵੀ ਹੈ ਤੇ ਹੋ ਵੀ ਰਿਹਾ ਹੈ। ਜੋ ਪਹਿਲਾਂ ਹੋਇਆ ਹੁਣ ਵੀ ਸਤਿਗੁਰ ਦੀ ਕਿਰਪਾ ਨਾਲ ਥਾਂ ਪਰ ਥਾਂ ਤੇ ਦੁਨੀਆ ਦਾ ਭਲਾ ਹੋ ਰਿਹਾ ਹੈ। ਤੇ ਆਓ ਤਾਂ ਹੀ ਮਾਣ ਨਾਲ ਕਹਿੰਦੇ ਆ ਭਾਈ, ਦਰ ਕਦੇ ਨਾ ਛੱਡੀਏ ਜੀ ਐਸੇ ਪਿਆਰੇ ਦਾ, 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 ਕਦੇ ਨਾ ਛੱਡੀਏ ਜੀ ਐਸੇ ਪਿਆਰੇ ਦਾ, ਦਰ 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 ਕਦੇ ਨਾ ਛੱਡੀਏ ਜੀ ਐਸੇ ਪਿਆਰੇ ਦਾ। ਐਸੇ ਸੱਚੇ ਪਾਤਸ਼ਾਹ ਦਾ ਦਰ ਕਦੇ ਵੀ ਨਹੀਂ ਛੱਡਣਾ ਚਾਹੀਦਾ। ਆਓ ਗੁਰ ਇਤਿਹਾਸ ਵਿੱਚੋਂ ਆਪ ਜੀ ਦੇ ਨਾਲ ਇੱਕ ਸਾਂਝ ਪਾਉਣ ਲੱਗਾ, ਖਾਸ ਕਰਕੇ ਮਾਂ ਦੇ ਬਾਰੇ। ਜਿਵੇਂ ਪਹਿਲਾਂ ਤੋਂ ਸ਼ੁਰੂ ਤੋਂ ਹੀ ਆ ਜ਼ਿਕਰ ਐਸਾ ਚੱਲਿਆ ਸੀ, ਮਹਾਂ ਸਿੰਘ ਵਰਗੇ ਟੁੱਟੇ ਹੋਏ ਸੀ, ਮਾਈਆਂ ਨੇ ਜੋੜਿਆ ਤੇ ਮਾਈ ਭਾਗੋ ਦਾ ਇਤਿਹਾਸ ਵਿੱਚ ਨਾਮ ਸਤਕਾਰ ਨਾਲ ਲਿਆ ਜਾਂਦਾ ਹੈ। ਇਦਾਂ ਦੀ ਜ਼ਿੰਦਗੀ ਹੋਣੀ ਚਾਹੀਦੀ ਹੈ ਗੁਰਮੁਖ ਪਿਆਰਿਓ, ਜੋੜਨ ਦੀ ਕੋਸ਼ਿਸ਼ ਕਰਨੀ ਹੈ। ਤੇ ਮਾਈਆਂ ਦੇ ਵਿੱਚੋਂ ਧੰਨ ਬੀਬੀ ਭਾਨੀ ਦਾ ਜੀਵਨ ਜ਼ਰੂਰ ਪੜ੍ਹਿਓ। ਆਪਣੀਆਂ ਬੱਚੀਆਂ ਨੂੰ ਜਿਹੜੀ ਸਿੱਖਿਆ ਦੇਣੀ ਹੈ ਇਹ ਮਾਂ ਦੇ ਸਕਦੀ ਹੈ ਗੁਰਮੁਖ। ਠੀਕ ਹੈ, ਸਕੂਲਾਂ ਕਾਲਜਾਂ ਦੀ ਵਿੱਦਿਆ ਉਹ ਵੀ ਪੜ੍ਹਾਓ, ਪਰ ਨਾਲ ਨਾਲ ਇਹ ਵੀ ਦੱਸਿਆ ਕਰੋ ਘਰ ਕਿਵੇਂ ਚਲਾਉਣੇ ਆ। ਹੁਣ ਬੱਚੇ ਮੈਨੂੰ ਮਾਫ ਕਰ ਦਿਓ, ਬੁਰਾ ਤਾਂ ਮਨਾਉਣਗੇ, ਪਰ ਸੱਚੀ ਗੱਲ ਹੈ, ਆਪਾਂ ਇਕੱਲੇ ਸਰਟੀਫਿਕੇਟਾਂ ਤੱਕ ਸੀਮਿਤ ਰਹਿ ਗਏ, ਸਿੱਖਿਆ ਨਹੀਂ ਲੈ ਰਹੇ, ਤੇ ਤਾਂ ਹੀ ਪਰਿਵਾਰ ਟੁੱਟ ਰਿਹਾ। ਪਤਾ ਹੀ ਨਹੀਂ ਹੁੰਦਾ ਘਰ ਕਿਵੇਂ ਚਲਾਉਣਾ, ਆਏ ਗਏ ਦੀ ਸੇਵਾ ਸੰਭਾਲ ਕਿਵੇਂ ਕਰਨੀ ਹੈ, ਕਿਹਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਰੱਖਣਾ। 32 ਗੁਣ ਨੇ ਔਰਤ ਦੇ, ਗੁਰਬਾਣੀ ਵਿੱਚ ਕੱਲਾ ਕੱਲਾ ਗੁਣ ਦੱਸਿਆ। ਕਿਤੇ ਪੜ੍ਹਿਓ ਗੁਰਮੁਖ। ਮਹਾਰਾਜ ਕਹਿੰਦੇ ਜੇ ਧੀ ਹੈ ਤਾਂ ਬੀਬੀ ਭਾਨੀ ਦਾ ਜੀਵਨ ਪੜ੍ਹੇ, ਉਹਨੂੰ ਪਤਾ ਲੱਗੇ ਧੀ ਦੇ ਫਰਜ਼ ਕੀ ਹੁੰਦੇ। ਭੈਣ ਹੈ, ਭਰਾਵਾਂ ਵਾਸਤੇ ਭੈਣ ਨਾਨਕੀ ਦਾ ਜੀਵਨ ਪੜ੍ਹੋ, ਫੇਰ ਪਤਾ ਲੱਗਦਾ ਵੀ ਭੈਣ ਦਾ ਫਰਜ਼ ਕੀ ਹੁੰਦਾ ਹੈ। ਸਫਲ ਭੈਣ ਕਿਹਨੂੰ ਕਿਹਾ ਜਾਂਦਾ ਹੈ? ਕੱਲਾ ਇਹ ਨਹੀਂ ਵੀ ਜੰਮ ਪੀ, ਦੁੱਖ ਸੁੱਖ 'ਚ ਤਾਂ ਆਉਣਾ ਹੀ ਪੈਂਦਾ ਹੈ, ਸਰਦਾ ਹੀ ਨਹੀਂ, ਨਾ ਮਨ ਮਿਲਦਾ ਹੋਵੇ ਤਾਂ ਵੀ ਜਾਂਦੇ ਆ, ਪਰ ਸਫਲ ਰਿਸ਼ਤੇ ਕਿਵੇਂ ਨਿਭਦੇ ਆ। ਭੈਣ ਨਾਨਕੀ ਦਾ ਜੀਵਨ ਪੜ੍ਹੋ, ਭੈਣ ਭਾਈ ਦਾ ਰਿਸ਼ਤਾ ਕਿੱਦਾਂ ਨਿਭਦਾ ਪਤਾ ਲੱਗਦਾ ਹੈ। ਜੇ ਵਿਆਹੀ ਗਈ ਪਤਨੀ ਬਣ ਗਈ ਤਾਂ ਫਿਰ ਮਾਤਾ ਖੀਵੀ ਦਾ ਜੀਵਨ ਜ਼ਰੂਰ ਪੜ੍ਹ, ਤੈਨੂੰ ਪਤਾ ਲੱਗੇ ਵੀ ਸਫਲ ਪਤਨੀ ਕੀ ਹੁੰਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਬੱਚੇ ਹੋ ਗਏ, ਮਾਂ ਬਣ ਗਈ, ਜਿੰਨਾ ਚਿਰ ਬਾਲ ਬੱਚਾ ਨਹੀਂ ਪੈਦਾ ਹੁੰਦਾ ਨਾ ਉਹਨਾਂ ਚਿਰ ਚਾਚੀ ਤਾਈ ਮਾਸੀ ਤਾਂ ਕਿਹਾ ਜਾਂਦਾ ਹੈ, ਪਰ ਮਾਂ ਅਸਲ ਵਿੱਚ ਉਦਾਂ ਹੀ ਹੈ ਜਿੱਦੇ ਕੋਈ ਧੀ ਪੁੱਤ ਕੁੱਖੋਂ ਜੰਮਦਾ। ਗੁਰੂ ਜੇ ਮਾਂ ਬਣ ਗਈ ਤਾਂ ਫਿਰ ਮਾਤਾ ਗੁਜਰ ਕੌਰ ਦਾ ਜੀਵਨ ਪੜ੍ਹੀ, ਤੈਨੂੰ ਪਤਾ ਲੱਗੇ ਮਾਂ ਦਾ ਫਰਜ਼ ਕਿੱਦਾਂ ਨਿਭਾਇਆ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। 9 ਸਾਲ ਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਗੁਰੂ ਤੇਗ ਬਹਾਦਰ ਨੇ ਸ਼ਹੀਦੀ ਪਾਈ। ਗੁਰੂ
ਕਿੱਡੀ ਵੱਡੀ ਜ਼ਿੰਮੇਵਾਰੀ ਸੀ। ਤੇ ਇੱਕ ਵੱਡੀ ਗੱਲ ਇਹ ਵੀ ਟੱਕਰ ਵੀ ਦਿੱਲੀ ਸਰਕਾਰ ਨਾਲ। ਇੱਥੇ ਤਾਂ ਮਾੜੀ ਜੀ ਕਿਸੇ ਮੁਨਸੀ ਨਾਲ ਬਣਨੋਂ ਹਟ ਜੇ, ਉਹ ਨਹੀਂ ਟਿਕਣ ਦਿੰਦਾ ਗੁਰਮੁਖੋ। ਤੇ ਦਿੱਲੀ ਦੀ ਸਰਕਾਰ ਨਾਲ ਹੋਵੇ ਟੱਕਰ, ਫਿਰ ਵੀ ਗੁਰਮੁਖ ਪਿਆਰਿਓ ਇਦਾਂ ਇਤਿਹਾਸ ਸਿਰਜਣਾ ਉਹ ਕੋਈ ਆਮ ਮਾਂ ਨਹੀਂ ਸੀ ਗੁਰਮੁਖ। ਮਾਤਾ ਗੁਜਰ ਕੌਰ ਦਾ ਜੀਵਨ ਜ਼ਰੂਰ ਪੜ੍ਹੋ। ਤੇ ਮੁੰਡਿਆਂ ਨੂੰ ਭਾਈਆਂ ਨੂੰ ਵੀ ਬੇਨਤੀ ਹੈ, ਜੇ ਚਾਹੁੰਦੇ ਹੋ ਨਾ ਵੀ ਰਿਸ਼ਤੇਦਾਰੀ ਸਹੀ ਨਿਭਜੇ ਕਿਵੇਂ ਨਿਭਾਉਣੀ ਹੈ, ਤਾਂ ਗੁਰੂ ਰਾਮਦਾਸ ਦਾ ਜੀਵਨ ਜ਼ਰੂਰ ਪੜ੍ਹੋ। ਤੁਹਾਨੂੰ ਪਤਾ ਲੱਗੇ ਵੀ ਰਿਸ਼ਤੇਦਾਰੀਆਂ ਕਿੱਦਾਂ ਨਿਭਾਈਆਂ ਜਾਂਦੀਆਂ। ਜਿਸ ਬੱਚੇ ਹੋ ਗਏ ਪਿਤਾ ਦਾ ਫਰਜ਼ ਨਿਭਾਉਣਾ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਦਾ ਜੀਵਨ ਜ਼ਰੂਰ ਪੜ੍ਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਭਰਾ ਦਾ ਫਰਜ਼ ਨਿਭਾਉਣਾ ਹੈ ਨਾ ਗੁਰਮੁਖ ਪਿਆਰਿਓ, ਭਰਾ ਦਾ, ਤੇ ਅਜੀਤ ਸਿੰਘ ਸਾਹਿਬਜ਼ਾਦਾ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜੀਵਨ ਜ਼ਰੂਰ ਪੜ੍ਹੋ। ਜਦੋਂ ਅਜੀਤ ਸਿੰਘ ਸ਼ਹੀਦ ਹੋਏ ਨਾ, ਤੇ ਜੁਝਾਰ ਸਿੰਘ ਨੇ ਪਿਤਾ ਨੂੰ ਆਪ ਕਿਹਾ ਸੀ, ਕਹਿੰਦੇ ਭਈਆ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਖਾਣਾ ਨਹੀਂ ਆਤਾ, ਪੀਣਾ ਨਹੀਂ ਆਤਾ, ਪਿਤਾ ਜੀ ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਨਾਲ ਹੀ ਭੇਜੋ। ਜਦੋਂ ਅਜੀਤ ਸਿੰਘ ਲੱਗਿਆ ਕਿਲੇ ਚੋਂ ਨਿਕਲ, ਤੇ ਜੁਝਾਰ ਸਿੰਘ ਨੇ ਮਗਰੋਂ ਆਵਾਜ਼ਾਂ ਮਾਰੀਆਂ ਸੀ, ਚੱਲਿਆ ਕਿੱਧਰ ਵੀਰਾ, ਜਾਈ ਮਿਲ ਕੇ। ਕਿੱਥੇ ਤਾਂ ਆਪਾਂ ਕੱਲ 4 ਸੀ ਤੇ ਅੱਜ 2 ਰਹਿ ਗਏ ਸੀ, ਉਹਦੇ ਵਿੱਚੋਂ ਤੁਸੀਂ ਵੀ ਚੱਲੇ ਹੋ। ਮੈਂ ਨਹੀਂ ਰਹਿਣਾ, ਮੈਂ ਵੀ ਮੰਗਰੇ ਹੀ ਆਉਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਹੁਣ ਆਪਣੇ ਮਨਾਂ 'ਚ ਝਾਤੀ ਮਾਰ ਲਓ, ਭਰਾ ਹੀ ਭਰਾ ਨੂੰ ਉਜਾੜੀ ਜਾਂਦਾ ਗੁਰੂ। ਕਿਤੇ ਕਿਤੇ ਪਿਆਰ ਰਹਿ ਗਿਆ। ਕੁਛ ਸਿੱਖੋ ਭਾਈ, ਜੇ ਪੁੱਤਰ ਦਾ ਫਰਜ਼ ਨਿਭਾਉਣਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਗੁਰੂ ਅਰਜਨ ਦੇਵ ਜੀ ਦਾ ਜੀਵਨ ਜ਼ਰੂਰ ਪੜ੍ਹੋ। ਕੋਈ ਪਿਤਾ ਨੂੰ ਲਾਜ ਨਹੀਂ ਲਾਈ, ਕਰਮ ਇਹ ਜੇ ਕੀਤੇ ਮਾਂ ਨਹੀਂ ਵਧਾਇਆ। ਜੇ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਵਸਾਇਆ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਉਦੋਂ ਵੀ ਵੱਡੀ ਕਿਰਪਾ ਕਰਕੇ ਅੰਮ੍ਰਿਤਸਰ ਨੂੰ ਅਮਰ ਕਰਤਾ। ਗੁਰਮੁਖ ਪਿਆਰੇ, ਇਤਿਹਾਸ ਪੜ੍ਹੋ, ਉਹ ਗੁਣ ਆਪਣੇ ਚ ਲਿਆਉਣੇ ਆ, ਫਿਰ ਭਲਾ ਜ਼ਰੂਰ ਹੋ ਜਾਊਗਾ। ਤੇ ਜੇ ਮਿੱਤਰ ਦੀ ਗੱਲ ਹੈ, ਸੱਚਾ ਮਿੱਤਰ ਤਾਂ ਸਾਡਾ ਗੁਰੂ ਹੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਵਰਗਾ ਮਿੱਤਰ ਨਾ ਕੋਈ, ਮਿੱਤਰਾਂ ਦੀ ਵੇਖੀ ਦੁਨੀਆ। ਗੁਰੂ ਵਰਗਾ ਮਿੱਤਰ ਨਾ ਕੋਈ, ਮਿੱਤਰਾਂ ਦੀ ਵੇਖੀ ਦੁਨੀਆ। ਗੁਰੂ ਵਰਗਾ ਮਿੱਤਰ ਨਾ ਕੋਈ, ਮਿੱਤਰਾਂ ਦੀ ਵੇਖੀ ਦੁਨੀਆ। ਗੁਰੂ ਵਰਗਾ ਮਿੱਤਰ ਨਾ ਕੋਈ, ਮਿੱਤਰਾਂ ਦੀ ਵੇਖੀ ਦੁਨੀਆ। ਗੁਰੂ ਵਰਗਾ ਮਿੱਤਰ ਨਾ ਕੋਈ, ਮਿੱਤਰਾਂ ਦੀ ਵੇਖੀ ਦੁਨੀਆ। ਗੁਰੂ ਵਰਗਾ ਮਿੱਤਰ ਨਾ ਕੋਈ, ਮਿੱਤਰਾਂ ਦੀ ਵੇਖੀ ਦੁਨੀਆ। ਗੁਰੂ ਵਰਗਾ ਮਿੱਤਰ ਨਾ ਕੋਈ, ਮਿੱਤਰਾਂ ਦੀ ਵੇਖੀ ਦੁਨੀਆ। ਗੁਰੂ ਵਰਗਾ ਮਿੱਤਰ ਨਾ ਕੋਈ, ਮਿੱਤਰਾਂ ਦੀ ਵੇਖੀ ਦੁਨੀਆ। ਵਰਗਾ ਮਿੱਤਰ ਨਾ ਕੋਈ, ਮਿੱਤਰਾਂ ਦੀ ਵੇਖੀ ਦੁਨੀਆ। ਗੁਰੂ ਵਰਗਾ ਮਿੱਤਰ ਨਾ ਕੋਈ, ਮਿੱਤਰਾਂ ਦੀ ਵੇਖੀ ਦੁਨੀਆ। ਧੰਨ ਗੁਰੂ ਰਾਮਦਾਸ ਮਹਾਰਾਜ ਨਗਰ ਵਸਾ ਰਹੇ ਸੀ ਤੇ ਉੱਥੇ ਇੱਕ ਗਰੀਬ ਪਰਿਵਾਰ, ਸਮਾਂ ਵੀ ਇਜਾਜ਼ਤ ਨਹੀਂ ਦਿੰਦਾ, ਮੈਂ 5-7 ਮਿੰਟਾਂ 'ਚ ਹੀ ਸਮਾਪਤੀ ਕਰ ਦੇਣੀ ਹੈ, ਕਿਉਂਕਿ ਜ਼ਿੰਮੇਵਾਰ ਇਨਸਾਨ ਸਾਰੇ ਬੈਠੇ ਹੋ, ਤੁਹਾਡਾ ਬਹੁਤਾ ਸਮਾਂ ਨਹੀਂ ਲੈਣਾ। ਬਹੁਤ ਸੰਗਤ ਆਉਂਦੀ ਅੰਮ੍ਰਿਤਸਰ, ਤੇ ਇੱਕ ਬਿਲਕੁਲ ਗਰੀਬ ਪਰਿਵਾਰ, ਤੇ ਮਾਂ ਨੇ ਬੱਚੇ ਨੂੰ ਕਿਹਾ, ਬੇਟਾ ਆਪਣਾ ਕੰਮ ਨਹੀਂ ਚੱਲਦਾ, ਬਾਪ ਤੇਰੇ ਦੀ ਮੌਤ ਹੋ ਗਈ, ਤੇ ਹੁਣ ਹਾਲਾਤ ਐਸੇ ਐ, ਬੀਬੀਆਂ ਤਾਂ ਘਰੋਂ ਬਾਹਰ ਨਹੀਂ ਜਾ ਸਕਦੀਆਂ, ਬੇਟਾ ਕੋਈ ਕੰਮ ਕਰ ਲਿਆ ਕਰ। ਬੱਚੇ ਨੂੰ ਕਿਰਤ ਵਾਲੇ ਪਾਸੇ ਲਾਇਆ, ਕਹਿੰਦਾ ਕੀ ਕਰਿਆ ਕਰਾਂ। ਇਤਿਹਾਸ ਵਿੱਚ ਉਸ ਬੱਚੇ ਦਾ ਨਾਮ ਆਇਆ ਹੈ ਸੋਮਾ ਸ਼ਾਹ ਗੁਰਮੁਖ। ਅੰਮ੍ਰਿਤਸਰ ਵਿੱਚ
ਅੱਧ ਤੋਂ ਵੱਧ ਦੁਕਾਨਾਂ ਸੋਮੇ ਸ਼ਾਹ ਦੀ ਕੁਲ ਦੀਆਂ ਨੇ। ਅੱਜ ਦਿੱਲੀ 'ਚ ਬਹੁਤ ਦੁਕਾਨਾਂ ਅਸੀਂ ਜਾ ਕੇ ਆਏ ਹਾਂ, ਬਹੁਤ ਦੁਕਾਨਾਂ ਉਹਨਾਂ ਨੇ ਦੱਸਿਆ ਵੀ ਸੋਮੇ ਸ਼ਾਹ ਦੀ ਕੁਲ ਹੈ। ਪਰ ਜੇ ਪਿਛੋਕੜ ਵੇਖੋ, ਬਾਪ ਦੀ ਮੌਤ ਹੋ ਗਈ, ਘਰੇ ਗਰੀਬੀ, ਮਾਂ ਕਹਿੰਦੀ ਪੁੱਤ ਐਂ ਕਰ, ਮੈਂ ਤੈਨੂੰ ਛੋਲੇ ਉਬਾਲ ਕੇ ਦੇ ਦਿਆ ਕਰ। ਗੁਰੂ ਦਰ ਤੇ ਸੰਗਤ ਆਉਂਦੀ ਆ ਬਹੁਤ, ਤੂੰ ਉਬਲੇ ਹੋਏ ਛੋਲੇ ਵੇਚ ਆਇਆ ਕਰ। ਕਹਿੰਦਾ ਠੀਕ ਹੈ ਮਾਤਾ ਜੀ। ਛੋਲੇ ਵੇਚਣ ਜਾਂਦਾ ਹੈ, ਛੋਟੀ ਜੀ ਉਮਰ 7-8 ਸਾਲ ਦੀ, ਬੋਰੀ ਵਿਛਾ ਲੈਣੀ, ਛੋਲੇ ਟੋਕਰੀ 'ਚ ਪਾਏ ਹੋਏ, ਉੱਚੀ ਉੱਚੀ ਆਵਾਜ਼ਾਂ ਦਿੰਦਾ, ਕੋਈ ਘੁੰਗਣੀਆਂ ਲੈ ਲਓ, ਛੋਲੇ ਲੈ ਲਓ। ਸੰਗਤ ਜਿਨ੍ਹਾਂ ਨੇ ਛਕਣਾ ਹੁੰਦਾ ਉਹ ਲੈ ਲੈਂਦੇ ਗੁਰਮੁਖੋ। ਇੱਕ ਦਿਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਵਾਜ਼ ਸੁਣ ਗਈ, ਗੁਰੂ ਉਹਦੇ ਕੋਲ ਚਲੇ ਗਏ। ਆਪਦਾ ਸਮਾਂ ਯਾਦ ਆ ਗਿਆ ਵੀ ਕਿਸੇ ਦਿਨ ਮੈਂ ਵੀ ਇਸੇ ਦਰ ਤੇ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਵੇਲੇ ਛੋਲੇ ਵੇਚਣੀ ਆਉਂਦਾ ਹੁੰਦਾ ਸੀ। ਆਪਣਾ ਕੰਮ ਇਹ ਹੈ, ਜੇ ਕੋਈ ਗਰੀਬ ਹੈ ਅਸੀਂ ਤਰਸ ਨਹੀਂ ਕਰਦੇ, ਭੁੱਲ ਜਾਂਦੇ ਆ ਵੀ ਕਿਸੇ ਦਿਨ ਸਾਡੇ ਤੇ ਵੀ ਇਹ ਸਮਾਂ ਸੀ। ਕੀ ਹੋਇਆ ਜੀ ਅੱਜ ਵੱਡੇ ਬਣ ਗਏ, ਕਿਸੇ ਦਿਨ ਤਾਂ ਸਭ ਤੋਂ ਹੀ ਆਉਂਦਾ ਨਾ ਸਮਾਂ ਗੁਰਮੁਖੋ, ਭੁੱਲਣਾ ਨਹੀਂ ਚਾਹੀਦਾ। ਧੰਨ ਗੁਰੂ ਰਾਮਦਾਸ ਮਹਾਰਾਜ ਚਲੇ ਗਏ। ਕਾਕਾ ਨਾਮ ਕੀ ਹੈ ਤੇਰਾ? ਕਹਿੰਦਾ ਸੱਚੇ ਪਾਤਸ਼ਾਹ। ਮੱਥਾ ਟੇਕਿਆ ਨਾਲੇ, ਫਿਰ ਕਹਿੰਦਾ ਜੀ ਮੇਰਾ ਨਾਮ ਹੈ ਸੋਮਾ। ਪਾਤਸ਼ਾਹ ਕਹਿੰਦੇ ਸੋਮਿਆ ਐਂ ਦੱਸ, ਸਵੇਰ ਦਾ ਘੁੰਗਣੀਆਂ ਵੇਚੀ ਜਾਂਦਾ, ਸ਼ਾਮ ਹੋ ਗਈ, ਕਿੰਨੇ ਕ ਪੈਸੇ ਬਚੇ ਐ? ਕਿੰਨੀ ਬਟਤ ਹੋਈ ਤੇਰੀ? ਕਹਿੰਦਾ ਸੱਚੇ ਪਾਤਸ਼ਾਹ 8 ਆਨੇ ਵਟੇ ਅੱਜ ਮੈਂ। ਸਤਿਗੁਰ ਕਹਿੰਦੇ ਸੇਵਾ ਚੱਲਦੀ ਹੈ, ਫਿਰ ਲਿਆ ਭਾਈ, ਲੋੜ ਹੈ ਸੇਵਾ 'ਚ ਨਾ ਪਾ ਦਈਏ। ਖੁਸ਼ ਹੋ ਗਿਆ, ਕਹਿੰਦਾ ਲੋ ਮਹਾਰਾਜ 8 ਆਨੇ ਮੈਂ ਵੱਟੇ ਨੇ, ਸੇਵਾ ਚਲਾ ਦੋ। ਮਾਇਆ ਦੇਤੀ। ਐਨ ਖਾਲੀ ਹੱਥ ਜਦੋਂ ਘਰੇ ਗਿਆ, ਜਾਂਦੇ ਨੂੰ ਮਾਂ ਨੇ ਪੁੱਛਿਆ ਪੁੱਤ ਕਿੰਨਾ ਕੁ ਕਮਾ ਕੇ ਲਿਆਇਆ? ਕਹਿੰਦਾ ਮਾਤਾ 8 ਆਨੇ ਵੱਟੇ ਸੀ, ਪਰ ਉੱਥੇ ਗੁਰੂ ਰਾਮਦਾਸ ਮਹਾਰਾਜ ਆ ਗਏ, ਉਹਨਾਂ ਨੇ ਮੈਥੋਂ ਮਾਇਆ ਮੰਗ ਲਈ, ਮੈਂ ਦੇਤੀ। ਮਾਂ ਨੇ ਨਾ ਗਲਵੱਕੜੀ 'ਚ ਲੈ ਲਿਆ। ਕਹਿੰਦੀ ਸ਼ੁਕਰ ਹੈ ਪੁੱਤ, ਭਾਗਾਂ ਵਾਲਾ ਤੈਨੂੰ ਗੁਰੂ ਰਾਮਦਾਸ ਦੇ ਦਰਸ਼ਨ ਹੋ ਗਏ। ਚੰਗੇ ਥਾਂ ਮਾਇਆ ਲੱਗੀ, ਕੋਈ ਨਹੀਂ, ਕੱਲ ਨੂੰ ਆਪਣੇ ਕੋਲੇ ਆਜੂ ਖਰਚਣ ਜੋਗਾ। ਦੂਜੇ ਦਿਨ ਫੇਰ ਛੋਲੇ ਉਬਾਲ ਕੇ ਦੇਤੇ। ਸੋਮਾ ਜਿਉਂ ਲੱਗਿਆ ਹਾਕਾ ਮਾਰਨ, ਆਓ ਕੋਈ ਘੁੰਗਣੀਆਂ ਲੈ ਲਓ, ਛੋਲੇ ਲੈ ਲਓ। ਸ਼ਾਮ ਤੱਕ ਵਿਕ ਗਏ ਸਾਰੇ, ਤੇ ਗੁਰੂ ਰਾਮਦਾਸ ਮਹਾਰਾਜ ਫੇਰ ਆ ਗਏ। ਗੁਰੂ ਕਹਿੰਦੇ ਸੋਮਿਆ ਅੱਜ ਕਿੰਨੇ ਪੈਸੇ ਵੱਟੇ ਐ? ਕਹਿੰਦਾ ਜੀ ਅੱਜ ਮੈਂ 4 ਆਨੇ ਵੱਟੇ ਐ। ਕਹਿੰਦੇ ਭਾਈ ਲੋੜ ਹੈ, ਲਿਆ ਸੇਵਾ ਚਲਾ ਦਈਏ। ਖੁਸ਼ ਹੋ ਗਿਆ ਫੇਰ ਵੀ। ਕਹਿੰਦਾ ਲਓ ਮਹਾਰਾਜ ਲੈ ਜਾਓ। ਜਦੋਂ ਘਰੇ ਗਿਆ, ਮਾਂ ਨੂੰ ਫੇਰ ਸਾਰੀ ਗੱਲ ਦੱਸੀ। ਮਾਂ ਬਹੁਤ ਖੁਸ਼ ਹੋਈ, ਕਹਿੰਦੀ ਕਰਮਾਂ ਵਾਲਾ, ਧਰਮ ਵਾਲੇ ਪਾਸੇ ਤੇਰੀ ਕਮਾਈ ਲੱਗ ਗਈ, ਤੈਨੂੰ ਗੁਰੂ ਦੇ ਦਰਸ਼ਨ ਹੋ ਗਏ। ਐਂ ਕਰੀ, ਤੀਜੇ ਦਿਨ ਕਹਿੰਦੀ ਅੱਜ ਫੇਰ ਜਾ, ਛੋਲੇ ਵੇਚਦੀ, ਜਿੰਨੀ ਮਾਇਆ ਤੇਰੀ ਵਟਤ ਹੋਵੇ। ਜੇ ਗੁਰੂ ਸਾਹਿਬ ਆ ਗਏ ਤਾਂ ਫੜਾ ਦੀ, ਜੇ ਨਾ ਆਏ ਤਾਂ ਆਪ ਦੇਣ ਜਾਈ। ਕਹਿੰਦੀ ਇਦੋਂ ਵਧੀਆ ਹੋਰ ਕੀ ਹੋ ਸਕਦਾ? ਦੇਖੋ ਘਰ ਦੇ ਹਾਲਾਤ, ਅੰਤਾਂ ਦੀ ਗਰੀਬੀ, ਪਤੀ ਹੈ ਨਹੀਂ, ਫਿਰ ਵੀ ਉਹਨੂੰ ਧਰਮ ਵਾਲੇ ਪਾਸੇ ਲਾਇਆ। ਸੋਮਾ ਸ਼ਾਹ ਗਿਆ, ਅੱਜ ਫੇਰ ਛੋਲੇ ਵੇਚੇ, ਤੇ ਸ਼ਾਮ ਨੂੰ ਗੁਰੂ ਰਾਮਦਾਸ ਮਹਾਰਾਜ ਫੇਰ ਆ ਗਏ। ਚੰਗਾ ਹੀ ਸੀ ਜਿਹਦੇ ਵੱਲ ਗੁਰੂ ਦਾ ਧਿਆਨ ਆਇਆ। ਗੁਰੂ ਆ ਕੇ ਕਹਿੰਦੇ ਸੋਮਿਆ ਅੱਜ ਕਿੰਨੇ ਪੈਸੇ ਵੱਟੇ ਐ? ਕਹਿੰਦਾ ਸੱਚੇ ਪਾਤਸ਼ਾਹ ਅੱਜ ਮੈਂ 2 ਆਨੇ ਵੱਟੇ ਆ ਲਓ। ਮੇਰੀ ਮਾਤਾ ਨੇ ਵੀ ਕਿਹਾ ਸੀ ਜੇ ਤੁਸੀਂ ਨਾ ਆਉਂਦੇ ਮੈਂ ਖੁਦ ਹੀ ਦੇਣ ਆਉਣਾ ਸੀਗਾ। ਮੇਰੀ ਹੱਥਾਂ ਦੀ ਮੈਲ ਹੈ, ਇਹਨੂੰ ਸਫਲ ਕਰ ਦੇ। ਜਦੋਂ ਇਹਨਾਂ ਬਚਨ ਕਿਹਾ, ਗੁਰੂ ਰਾਮਦਾਸ ਮਹਾਰਾਜ ਨੇ ਮਾਇਆ ਵੀ ਲੈ ਲਈ ਤੇ ਨਾਲੇ ਸੋਮੇ ਨੂੰ ਗਲਵੱਕੜੀ 'ਚ ਲੈ ਲਿਆ। ਕਹਿੰਦੇ ਧੰਨ ਹੈ ਸੋਮਿਆ ਤੇਰੀ ਮਾਤਾ, ਧੰਨ ਹੈ ਪੁੱਤਰਾ ਤੂੰ। ਐਂ ਦੱਸ ਤੇਰੀ ਕਮਾਈ 'ਚ ਦਿਨੋਂ ਦਿਨ ਘਾਟਾ ਕਾਹਤੋਂ ਪੈ ਰਿਹਾ? ਪਹਿਲੇ ਦਿਨ 8 ਆਨੇ,
ਫਿਰ 4 ਆਨੇ, ਅੱਜ 2 ਹੀ ਆਨੇ। ਫਿਰ ਸੋਮੇ ਦਾ ਨਾਲੇ ਤਾਂ ਮਨ ਜਾ ਭਰਿਆ ਆ, ਨਾਲੇ ਗੁਰੂ ਰਾਮਦਾਸ ਜੀ ਨੂੰ ਕਹਿੰਦਾ ਮਹਾਰਾਜ ਜਿੰਨੇ ਕੁ ਛੋਲੇ ਸਾਡੇ ਘਰੇ ਸੀ ਨਾ, ਅਸੀਂ ਥੋੜੇ ਥੋੜੇ ਕਰਕੇ ਉਬਾਲ ਕੇ ਲਿਆਉਂਦੇ ਸੀ, ਤਾਂ ਕਰਕੇ ਆਮਦਨ ਘਟਦੀ ਗਈ। ਤੇ ਅੱਜ ਛੋਲੇ ਹੈ ਨਹੀਂ, ਕੱਲ ਤੋਂ ਮੈਂ ਛੋਲੇ ਵੇਚਣ ਵੀ ਨਹੀਂ ਆਉਂਦਾ। ਮੈਂ ਜ਼ਰੂਰ ਆਵਾਂਗਾ, ਕਿਰਪਾ ਕਰਿਓ, ਸੇਵਾ ਹੋਰ ਕਰ ਦੂੰ ਕੋਈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੰਨੇ ਖੁਸ਼ ਹੋਏ, ਉਹੀ 2 ਆਨੇ ਫੜਾਤੇ। ਕਹਿੰਦੇ ਸੋਮਿਆ ਤੇਰੀ ਸੇਵਾ ਪ੍ਰਵਾਨ ਹੈ, ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ। ਵੇਚ ਛੋਲੇ ਹੀ ਕਹਿੰਦੇ, ਕਿਰਤ ਨਹੀਂ ਟੋਕਦੇ। ਆ ਲੈ ਇਹਨਾਂ ਦੇ ਹੋਰ ਲਿਆ ਕੇ ਵੇਚਣੀ। ਐਸੀ ਕਿਰਪਾ ਹੋਈ, ਕਾਰੋਬਾਰ ਵੱਧਦਾ ਗਿਆ ਗੁਰਮੁਖ ਪਿਆਰਿਓ। ਤੇ ਮੈਂ ਪਹਿਲਾਂ ਬੇਨਤੀ ਕਰ ਚੁੱਕਿਆ, ਅੱਜ ਜਾ ਕੇ ਪਤਾ ਕਰ ਲਓ ਕੀ ਹਾਲਾਤ ਸੀ। ਅੰਮ੍ਰਿਤਸਰ ਵਿੱਚ ਅੱਧ ਤੋਂ ਵੱਧ ਦੁਕਾਨਾਂ ਸੋਮੇ ਸ਼ਾਹ ਦੀ ਕੁਲ ਦੀਆਂ ਗੁਰਮੁਖ। ਕਿੱਥੋਂ ਤੱਕ ਮਹਾਰਾਜ ਪਹੁੰਚਾ ਦਿੰਦੇ ਆ। ਨਹੀਂ ਇਹ ਧਰਮ ਧਰਤੀ ਨੂੰ ਕੋਈ ਖਰੀਦ ਸਕਦਾ ਸੀ ਗੁਰਮੁਖ। ਇਹ ਹੈ ਭਾਵਨਾ। ਨੀਤ ਸ਼ੁੱਧ ਰੱਖੋ, ਕੰਮ ਜੋ ਵੀ ਮਿਲਿਆ ਕਰੋ। ਸਾਧਨਾ ਕਸਾਈ ਬੱਕਰੀ ਵੱਢਦਾ ਸੀ, ਪਰ ਨੀਤੀ ਸਾਫ਼ ਸੀ ਗੁਰਮੁਖ। ਫਸ ਵੀ ਗਿਆ, ਫਿਰ ਵੀ ਰੱਬ ਨੂੰ ਹੀ ਕਿਹਾ ਸੀ ਕਿ ਸੱਚੇ ਪਾਤਸ਼ਾਹ ਸਿੰਘ ਸ਼ਰਨ ਕਤ ਜਾਈਐ ਜੋ ਜੰਬਕ ਗ੍ਰਸ ਹੈ। ਜੇ ਗਿੱਦੜਾਂ ਤੋਂ ਹੀ ਡਰੀ ਜਾਣਾ ਹੈ, ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਫਿਰ ਕਹਿੰਦੇ ਕੀ ਫਾਇਦਾ। ਸਾਡੀ ਲਾਜ ਰੱਖ। ਤੇ ਅੱਜ ਦੇਖ ਲਓ ਫਿਰ ਮੱਥੇ ਟੇਕਦੇ ਆ। ਇਸ ਕਰਕੇ ਕਿੱਤਾ ਜੋ ਵੀ ਮਿਲਿਆ ਕਰੋ, ਪਰ ਨੀਤ ਸਾਫ਼ ਰੱਖੋ। ਦੂਜਿਆਂ ਨੂੰ ਉਜਾੜਨ ਦੀ ਕੋਸ਼ਿਸ਼ ਨਾ ਕਰੋ। ਜੇ ਰੱਬ ਨੇ ਸਾਨੂੰ ਕੁਝ ਦੇਣ ਜੋਗੇ ਕੀਤਾ ਹੈ, ਹੰਕਾਰ ਨਾ ਕਰੋ, ਸ਼ੁਕਰ ਕਰੋ ਮਾਲਕਾ ਅਸੀਂ ਮੰਗਣ ਜੋਗੇ ਸੀ, ਅੱਜ ਦੇਣ ਜੋਗੇ ਕਰਤਾ। ਆਖੋ ਸਤਨਾਮ। ਸੋ ਲਓ, ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਂ ਆਪ ਸੰਗਤਾਂ ਤੋਂ ਮਾਫੀ ਮੰਗਦਾ। ਬੜੇ ਪ੍ਰੇਮ ਅਦਬ ਸਤਿਕਾਰ ਨਾਲ ਬੈਠ ਕੇ ਸੁਣਦੇ ਹੋ, ਬਹੁਤ ਪਿਆਰ ਮਿਲਦਾ। ਮੈਂ ਵੀ ਗਰੀਬ ਹਾਂ, ਤੁਹਾਡਾ ਹੀ ਬੱਚਾ, ਤੁਹਾਡੇ ਹੱਥਾਂ 'ਚ ਹੀ ਪਲਿਆ। ਸੋ ਪਰ ਜਿਹੜਾ ਪਿਆਰ ਸਤਿਕਾਰ ਤੁਸੀਂ ਦਾਸ ਨੂੰ ਬਖਸ਼ਦੇ ਹੋ, ਮੈਂ ਉਹਦਾ ਕਈ ਜਨਮ ਧਾਰ ਕੇ ਵੀ ਦੇਣ ਨਹੀਂ ਦੇ ਸਕਦਾ। ਆਪ ਜੀ ਦਾ ਸਦਾ ਰਿਣੀ ਰਵਾਂਗਾ। ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ। ਆਪ ਸੰਗਤਾਂ ਤੋਂ ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਆਓ ਹੁਣ ਆਨੰਦ ਸਾਹਿਬ ਦੇ ਪਾਠ ਵਿੱਚ ਹਾਜ਼ਰੀ ਭਰੀਏ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਗਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸਭ ਦੋਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਮੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਕੀ ਕਰੂੰ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨਹੁ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਮੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਤੇ ਤੂੰ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕੁਰਬਾਨ ਪਿਤਾ ਗੋਬਿੰਦ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ। ਹਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ,
ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲੋ ਵਿਸੋਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬੰਦ ਨਾਨਕ ਗੁਰ ਚਰਨ ਲਾਗੇ ਵਾਸੇ ਅਨਹਦ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਾਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੋਇ ਨੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।